ਗੁਰ ਗੁਰੂ ਅਮਰਦਾਸ ਪਦ ਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਚੰਡੀ ਖੰਡਨ ਦੁਸ਼ਟ ਭੁਜ ਦੰਡਨ ਭਰ ਬੰਡ ਜਗ ਮੰਡਨ ਪਦ ਬੰਦਨਾ ਜਾਂ ਕੋ ਤੇਜ ਪ੍ਰਚੰਡ ਸ੍ਰੀ ਚੰਡੀ ਖੰਡਨ ਦੁਸ਼ਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨੀ ਪਵਿੱਤਰ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ। ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਭੁਤ ਸਤਿਕਾਰ ਸਹਿਤ ਗ੍ਰੰਥੀ ਸਾਹਿਬ ਜੀ ਦੇ ਕਰ ਕਮਲਾਂ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗੁਰਬਾਣੀ ਦਾ ਪਾਠ ਅਤੇ ਰਾਗੀ ਸਿੰਘਾਂ ਦੀ ਸੋਹਣੀ ਰਸਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਕੁਝ ਕੁ ਸਮਾਂ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਪੜ੍ਹਦੇ ਸੁਣਦੇ ਹਾਂ ਅਤੇ ਲਾਹਾ ਹਾਸਲ ਕਰਦੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਬੇਸ਼ਰੀ ਛਾਇਆ ਹੇਠ ਵਿਰਾਜੇ ਹੋਏ ਸਨ। ਜਦੋਂ ਵਿਰਾਜਿਆ ਹੋਇਆ ਸੂਰਜ ਢਲ ਗਿਆ ਹੈ ਅਤੇ ਸੂਰਜ ਢਲਣ ਨਾਲ ਦਰਖਤਾਂ ਦੇ ਜਿਹੜੇ ਪਰਛਾਵੇਂ ਉਹ ਵੀ ਢਲੀ ਜਾਂਦੇ ਹੈ। ਇਸ ਤਰ੍ਹਾਂ ਜਿਹੜਾ ਉਹ ਦਰਖਤ ਦਾ ਛਾਇਆ ਸੀ ਉਹ ਦੂਸਰੇ ਪਾਸੇ ਚਲੇ ਗਈ ਹੈ। ਗੁਰੂ ਮਹਾਰਾਜ ਦੇ ਮੁਖਾਰਮ ਬੜੀ ਭਾਰੀ ਧੁੱਪ ਆ ਗਈ ਹੈ, ਮੁੜਕਾ ਜਾ ਆ ਗਿਆ ਹੈ।
ਉਸ ਵੇਲੇ ਜਿਹੜਾ ਸ਼ੇਸ਼ ਨਾਗ ਹੈ, ਜਿਸ ਦੀ ਸੇਜਾ ਤੇ ਭਗਵਾਨ ਵਿਸ਼ਨੂੰ ਜੀ ਵਿਰਾਜਮਾਨ ਹੁੰਦੇ ਸੌਂਦੇ, ਉਹਨੂੰ ਚਾਅ ਜਾਗਿਆ। ਉਹਦੇ ਮਨ ਵਿੱਚ ਇੱਛਾ ਹੈ ਜਾਗੀ ਹੈ ਵੀ ਮੈਂ ਮਹਾਰਾਜ ਦੀ ਇਸ ਛਾਇਆ ਕਰਕੇ ਸੇਵਾ ਕਰਕੇ ਖੁਸ਼ੀ ਹਾਸਲ ਕਰਾਂ। ਇਸ ਤਰ੍ਹਾਂ ਉਜੜ ਸਰੂਪ ਧਾਰਨ ਕਰਕੇ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੱਡਾ ਸਾਰਾ ਜਿਹੜਾ ਫਣਜਾ ਫੈਲਾ ਕੇ ਮੁਖਾਰਬਿੰਦ ਉੱਪਰ ਛਾਇਆ ਕਰ ਦਿੱਤੀ ਹੈ। ਤੇ ਇੱਧਰ ਜਿਹੜਾ ਰਾਏ ਬੁਲਾਰ ਹੈ ਕਿਸੇ ਆਸੇ ਪਾਸੇ ਫੌਜ ਸਹਿਤ ਗਿਆ ਹੋਇਆ ਸੀ। ਜਦੋਂ ਵਾਪਸ ਪਰਤਿਆ ਹੈ, ਦੂਰੋਂ ਦੇਖ ਜੇ ਅਨੁਮਾਨ ਜਿਹਾ ਲਾਉਣ ਲੱਗੇ ਵੀ ਦਰਖਤ ਦੀ ਛਾਇਆ ਛੱਡ ਕੇ ਇਹ ਕਿਹੜਾ ਐਸਾ ਹੈ ਚਿੱਟੇ ਰੰਗ ਦਾ ਚਾਦਰਾ ਜਿਹਾ ਉੱਪਰ ਲੈ ਕੇ ਤੇ ਇਸ ਤਰ੍ਹਾਂ ਉਲਟਾ ਕਰਕੇ ਪੜਦਾ ਇੱਥੇ ਪਿਆ ਹੋਇਆ ਹੈ। ਥੋੜ੍ਹਾ ਜਿਹਾ ਜਦੋਂ ਹੋਰ ਨੇੜੇ ਆਇਆ ਹੈ, ਉਹ ਜੀਵ ਜੀ ਹਿਲਦੀ ਦਿਸੀ ਹੈ। ਜਾਣ ਲਿਆ ਵੀ ਇਹ ਤਾਂ ਕੋਈ ਸੱਪ ਹੈ। ਫਿਰ ਮਨ ਵਿੱਚ ਹੀ ਹੋਰ ਤਰ੍ਹਾਂ ਦੇ ਸੰਸੇ ਬਾਰੇ ਖਿਆਲ ਕਰ ਰਿਹਾ ਵੀ ਇਹ ਤਾਂ ਕੋਈ ਸੱਪ ਨੇ ਸੁਆਹ ਪੀ ਲਿਆ, ਮਾਰ ਹੀ ਦਿੱਤਾ ਹੋਏਗਾ। ਜੇ ਵੀ ਇਹ ਜਿਉਂਦਾ ਹੈ ਫਿਰ ਕੋਈ ਕਲਾ ਵਾਲਾ ਹੈ, ਅਵਤਾਰੀ ਪੁਰਸ਼ ਹੈ। ਜਿਸ ਵੇਲੇ ਨੇੜੇ ਆਇਆ ਹੈ, ਖੜਕਾ ਜਿਹਾ ਸੁਣ ਕੇ ਉਹ ਸ਼ੇਸ਼ ਨਾਗ ਫਿਰ ਪਤਾਲ ਵੱਲ ਚਲਿਆ ਗਿਆ ਹੈ, ਗੁਪਤ ਹੋ ਗਿਆ ਹੈ। ਇਹ ਘੋੜੇ ਤੋਂ ਜਦੋਂ ਹੇਠਾਂ ਉਤਰ ਕੇ ਆਉਣ ਲੱਗਿਆ, ਖੜਕਾ ਜਿਹਾ ਹੋਇਆ, ਸਤਿਗੁਰੂ ਉੱਠ ਖੜੋਤੇ ਹਨ। ਖੁਦਾ ਦਾ ਪ੍ਰੇਮੀ ਪਿਆਰਾ ਜਾਣ ਕੇ, ਬਜ਼ੁਰਗ ਜਾਣ ਕੇ, ਰਾਏ ਭੋਏ ਦੀ ਤਲਵੰਡੀ ਦਾ ਮਹਾਨ ਰਾਜਾ ਸਮਝ ਕੇ, ਸੰਸਾਰ ਦੀ ਰੀਤੀ ਜਿਵੇਂ ਵੀ ਵੱਡਿਆਂ ਦਾ ਆਦਰ ਸਤਿਕਾਰ ਕਰਨਾ, ਉਹਨਾਂ ਨੂੰ ਮੱਥਾ ਟੇਕਣਾ, ਉਸ ਤਰ੍ਹਾਂ ਇਹਨੂੰ ਮੱਥਾ ਟੇਕ ਦਿੱਤਾ ਹੈ। ਕਿ ਉਸ ਵੇਲੇ ਇਹਦੇ ਮਨ ਵਿੱਚ ਅਥਾਹ ਸ਼ਰਧਾ ਆ ਗਈ ਹੈ ਵੀ ਇਹ ਤਾਂ ਕੋਈ ਮਹਾਨ ਤੋਂ ਮਹਾਨ ਹਨ। ਫਿਰ ਕਾਲੂ ਜੀ ਨੂੰ ਬੁਲਾ ਕੇ ਕਿਹਾ ਵੀ ਇਹ ਤੇਰੇ ਘਰ ਦੇ ਵਿੱਚ ਬਹੁਤ ਕੋਈ ਮਹਾਨ ਹੀ ਆ ਗਿਆ, ਖੁਦਾਈ ਗੁਰੂ ਨਾਨਕ ਬਣ ਕੇ ਆ ਗਿਆ। ਤੇਰਾ ਸੁਭਾਅ ਕੁਛ ਐਸਾ ਵੈਸਾ ਕਠੋਰ ਜਾਈਏ, ਤੂੰ ਇਹਨਾਂ ਨੂੰ ਕੋਈ ਐਸਾ ਨਾ ਵਚਨ ਬੋਲੀ, ਨਾ ਨਰਾਦਰ ਕਰੀ, ਇਹਨਾਂ ਨੂੰ ਹਰ ਤਰ੍ਹਾਂ ਕਰਕੇ ਪ੍ਰਸੰਨ ਰੱਖੀ। ਸੋ ਇਸ ਤਰ੍ਹਾਂ ਸ਼ਰਧਾ ਭਾਵਨਾ ਵਾਲੇ ਬਚਨ ਸੁਣ ਕੇ ਭਾਵੇਂ ਉੱਪਰੋਂ ਤੈਨੂੰ ਕਹਿ ਤਾਂ ਚੰਗਾ ਜੀ, ਅੰਦਰ ਕੋਈ ਐਸਾ ਹੈ ਨਹੀਂ, ਕਿਉਂਕਿ ਪਰਮੇਸ਼ਰ ਦੀ ਜਿਹੜੀ ਮਾਇਆ ਬੜੀ ਪਰਵਲ ਹੈ। ਜਿੱਥੇ ਉਹਦਾ ਪ੍ਰਭਾਵ ਪੈ ਜਾਏ, ਫਿਰ ਰੱਬ ਭਾਵੇਂ ਕੋਲ ਹੀ ਫਿਰਦਾ ਹੋਵੇ, ਘਰੀ ਪੈਦਾ ਹੋ ਗਿਆ ਹੈ। ਪਰਮੇਸ਼ਰ ਦੀ ਮਾਇਆ ਐਸੀ ਹੈ ਵੀ ਉਹ ਪਰਦਾ ਪਾ ਦਿੰਦੀ ਹੈ, ਪਤਾ ਨਹੀਂ ਲੱਗਣ ਦਿੰਦੀ ਹੈ। ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਵੀ ਅਰਜਨ ਨੂੰ ਉਹ ਸਮਝਾਉਂਦਿਆਂ ਬੁਝਾਉਂਦਿਆਂ ਕਿਹਾ, ਕਹਿੰਦੇ ਵੀ ਇਹ ਅਰਜਨ ਮਮ ਮਾਇਆ ਦੁਰਤਿਆ, ਮੇਰੀ ਜਿਹੜੀ ਮਾਇਆ ਹੈ ਬਹੁਤ ਕਹਿੰਦੇ ਸਖਤ ਕਠਿਨ ਹੈ, ਇਹਨੂੰ ਸਮਝਣਾ, ਇੱਥੋਂ ਉੱਪਰ ਉੱਠਣਾ ਬਹੁਤ ਔਖਾ ਹੈ। ਜਿਹਦੇ 'ਤੇ ਮੈਂ ਆਪਣੀ ਮਾਇਆ ਪਾ ਦਿਆਂ, ਉਹ ਫਿਰ ਜਿਹੜਾ ਪਹਿਲਾਂ ਸਾਡਾ ਸ਼ਰਧਾਲੂ ਨਹੀਂ ਰਹਿੰਦਾ, ਉਹ ਤਾਂ ਹੋਰ ਹੀ ਕੁਛ ਬਣ ਜਾਂਦਾ ਹੈ। ਇਸ ਤਰ੍ਹਾਂ ਦਾ ਅਰਜਨ ਨੇ ਵੀ ਇੱਕ ਵਾਰੀ ਕਿਹਾ ਸੀ ਵੀ ਤੁਸੀਂ ਆਪਣੀ ਮਾਇਆ ਤਾਂ ਦਿਖਾਓ, ਕਹਿੰਦੇ ਤੂੰ ਭੁੱਲ ਜਾਏਗਾ, ਅਗਿਆਨੀ ਬੇਸਮਝ ਬਣ ਜਾਏਗਾ। ਉਹ ਇਸ ਤਰ੍ਹਾਂ ਦਾ ਪ੍ਰਸੰਗ ਜਾਏ ਅਰਜਨ ਦਾ ਵੀ ਆਉਂਦਾ, ਜਦੋਂ ਪਾਈ ਸੀ ਤੇ ਉਹ ਇਸਤਰੀ ਲੜਕੀ ਜੀ ਬਣਾ ਕੇ ਦੂਜੇ ਪਾਸੇ ਕੱਢਦਾ ਸੀ, ਤੇ ਕਈ ਇਹਦੇ ਪੁੱਤਰ ਧੀਆਂ ਪੈਦਾ ਹੋ ਗਏ ਸੀ। ਤੇ ਕੁਝ ਸਮੇਂ ਤੋਂ ਬਾਅਦ ਉਧਰੋਂ ਫਿਰ ਜਦੋਂ ਨਹਾਉਣ ਜਾਇਆ, ਇੱਧਰ ਫੇਰ ਲਿਆ ਅਰਜਨ ਬਣਾ ਕੇ ਕੱਢਿਆ ਮਾਇਆ ਨੇ। ਤੇ ਫਿਰ ਉਹ ਪਿਛਲਿਆਂ ਨੂੰ ਜਿਹੜੇ ਪੈਦਾ ਕਰਕੇ ਉਹਨਾਂ ਨੂੰ ਚਿੱਤੇ ਕਰਕੇ ਰੋਵੇ ਜੀ, ਕਹਿੰਦਾ ਤੇਰੇ ਕਿਹੜੇ ਹੈ ਲੜਕੇ ਲੁੜਕੀਆਂ, ਕੁਛ ਨਹੀਂ ਹੈਗਾ ਹੈ, ਤੂੰ ਤਾਂ ਅਰਜਨ। ਕਹਿੰਦਾ ਨਹੀਂ ਜੀ, ਮੈਂ ਤਾਂ ਲੜਕੀ ਹਾਂ,
ਮੇਰਾ ਤਾਂ ਬਹੁਤ ਵੱਡਾ ਪਰਿਵਾਰ ਹੈ। ਜਦੋਂ ਦੇਖਿਆ ਨਹੀਂ ਹਟਦਾ, ਫਿਰ ਇੱਕ ਥੱਪੜ ਜਾ ਮਾਰਿਆ ਮੂੰਹ ਤੇ ਅਰਜਨ ਦੇ। ਫਿਰ ਮਾਇਆ ਦੂਰ ਕਰਤੀ। ਫਿਰ ਉਹਨੂੰ ਹੋਸ਼ ਆਈ ਵੀ ਮੈਂ ਤਾਂ ਨਹੀਂ ਉਹ, ਇਹਦਾ ਹੋਰ ਹੈ ਕੋਈ। ਇਸ ਤਰ੍ਹਾਂ ਦੇ ਜਾਣੇ ਉਹ ਜਿਹੜੀ ਮਾਇਆ ਹੈ, ਇਹਦੀ ਪ੍ਰਭਾਵ ਜਿਹੜਾ ਹੈ ਉਹ ਬਹੁਤ ਤਕੜਾ ਸਖਤ ਹੈ। ਹੁਣ ਪਿਤਾ ਉੱਪਰ ਮਹਾਰਾਜ ਨੇ ਪਾਇਆ ਹੋਇਆ, ਕਿਵੇਂ ਸਮਝੇ। ਇਸ ਕਰਕੇ ਰਾਏ ਬਲਾਰ ਨੂੰ ਵੀ ਉੱਪਰੋਂ ਕਹਿੰਦਾ ਮਹਾਰਾਜ ਚੰਗਾ ਜਿਵੇਂ ਤੁਸੀਂ ਕਹਿੰਦੇ ਆ ਕਰ ਲੈਂਦੇ। ਦਿਸਦਾ ਤਾਂ ਕੁਛ ਹੈ ਨਹੀਂ ਇਹਨਾਂ ਅੰਦਰ। ਉਹ ਜਦੋਂ ਮਹਾਰਾਜ ਦੀ ਮੌਜ ਸੀ ਅਖੀਰ ਤੇ ਫਿਰ ਮਾਇਆ ਦਾ ਪੜਦਾ ਪ੍ਰਭਾਵ ਚੁੱਕ ਵੀ ਦਿੱਤਾ ਸੀ। ਜਦੋਂ ਕਰਤਾਰਪੁਰ ਮਹਾਰਾਜ 4 ਉਦਾਸੀਆਂ ਪੂਰੀਆਂ ਕਰਕੇ ਇੱਥੇ ਧਰਮਸ਼ਾਲਾ ਬਣਾ ਲਈ, ਦੋਵੇਂ ਸਮੇਂ ਕਥਾ ਕੀਰਤਨ ਪ੍ਰਾਰੰਭ ਹੋ ਗਏ। ਲੰਗਰ ਦੇ ਚੱਲ ਪਏ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਕੇ ਸਿੱਖ ਆ ਕੇ ਦਰਸ਼ਨ ਦਿਦਾਰ ਕਰਨ ਲੱਗ ਪਏ, ਮੱਥੇ ਟੇਕਣ ਲੱਗੇ। ਫੇਰ ਇਹਨੂੰ ਦੇਖ ਦੂਖ ਕੇ ਸ਼ਰਧਾ ਜੀ ਆ ਗਈ ਸੀ। ਫਿਰ ਕਹਿੰਦਾ ਮਹਾਰਾਜ ਮੈਂ ਤਾਂ ਤੁਹਾਨੂੰ ਪੁੱਤਰ ਹੀ ਸਮਝਦਾ ਰਿਹਾ, ਮੇਰੇ ਤੇ ਪਰਦਾ ਹੀ ਪਿਆ ਰਿਹਾ। ਤੁਸੀਂ ਤਾਂ ਮਹਾਰਾਜ ਪਰਮੇਸ਼ਰ ਰੂਪੋਂ ਮਿਹਰ ਕਰੋ ਮੇਰੇ ਤੇ ਵੀ। ਕਿ ਮਹਾਰਾਜ ਨੇ ਇਹਦਾ ਵੀ ਪੜਦਾ ਅਗਿਆਨ ਦਾ ਮਾਇਆ ਦਾ ਪਰੇ ਕਰ ਦਿੱਤਾ ਸੀ, ਸਵੈ ਸਰੂਪ ਦੇ ਵਿੱਚ ਜੋੜ ਦਿੱਤਾ ਸੀ। ਸੋ ਇਸ ਤਰ੍ਹਾਂ ਹੁਣ ਮਾਇਆ ਪਾਈ ਹੈ, ਜਿਸ ਕਰਕੇ ਕਿਉਂਕਿ ਜੇ ਨਾ ਪਾਉਂਦੇ ਆ ਪ੍ਰਸੰਗ ਨਹੀਂ ਬਣਨਾ, ਸਾਖੀ ਨਹੀਂ ਬਣਨੀ ਸੀ। ਜਿਸ ਕਰਕੇ ਇਹ ਸਾਰਾ ਕੁਛ ਗੁਰੂ ਮਹਾਰਾਜ ਨੇ ਉਹ ਪੜਦਾ ਆਉਣ ਵਾਲੇ ਜਿਵੇਂ ਗੁਰੂ ਕੇ ਸਿੱਖ ਉਹ ਸਾਡਾ ਇਤਿਹਾਸ ਸੁਣਿਆ ਕਰਨਗੇ, ਸਾਖੀਆਂ ਸੁਣਿਆ ਕਰੋ, ਉਹਨਾਂ ਨੂੰ ਲਾਭ ਹੋਊਗਾ। ਵੀ ਜਿਹੜੇ ਅਗਿਆਨੀ ਲੋਕ ਹੈ ਜਿਨ੍ਹਾਂ ਤੇ ਮਾਇਆ ਦਾ ਪੜਦਾ ਪਿਆ, ਕਈ ਵਾਰੀ ਜਦੋਂ ਉਹਨਾਂ ਨੂੰ ਸਮਝਾਈਏ ਵੀ ਜਾਈਏ ਵੀ ਤੂੰ ਉਹ ਕਿਉਂ ਕਰਦਾ, ਨਹੀਂ ਸਮਝਦੇ, ਉਹਨਾਂ ਤੇ ਅਸਰ ਨਹੀਂ ਹੁੰਦਾ ਹੈ। ਫਿਰ ਸਿਆਣੇ ਸਮਝ ਜਾਂਦੇ ਵੀ ਇਹ ਪਰਮੇਸ਼ਰ ਦੀ ਮਾਇਆ ਪ੍ਰਬਲ ਹੈ, ਉਹਨੇ ਪ੍ਰਭਾਵ ਇਹਦੇ ਤੇ ਪਾਇਆ, ਇਹਦੇ ਵਿਚਾਰੇ ਦੇ ਕੀ ਬਸ ਹੈ। ਜਦੋਂ ਪਰਮੇਸ਼ਰ ਮਾਇਆ ਆਪਣੀ ਪਰੇ ਕਰੂਗਾ ਫਿਰ ਇਹ ਸਹੀ ਰਸਤੇ ਤੇ ਆ ਜਾਊਗਾ, ਨਹੀਂ ਤਾਂ ਇਹ ਇਸੇ ਤਰ੍ਹਾਂ ਹੀ ਰਹੂਗਾ। ਇਸ ਤਰ੍ਹਾਂ ਇਹ ਪ੍ਰਸੰਗ ਆਪਾਂ ਸਬਦੀ ਛਾਇਆ ਵਾਲਾ ਸੁਣਿਆ। ਅੱਜ ਜਿਵੇਂ ਗੁਰੂ ਮਹਾਰਾਜ ਨੇ ਹੋਰ ਕੌਤਕ ਕੀਤਾ, ਉਹ ਜਿਵੇਂ ਵੀ ਪ੍ਰਸੰਗ ਆ ਰਿਹਾ ਆਪਾਂ ਰਲ ਮਿਲ ਕੇ ਸਰਵਣ ਕਰੀਏ ਜੀ। ਸ੍ਰੀ ਚੰਡੀ ਖੰਡਨ ਦੁਸ਼ਟ। ਕਵੀ ਸੰਤੋਖ ਸਿੰਘ ਜੀ, ਜੋ ਕਵੀਆਂ ਦਾ ਮਰਜ਼ਾਦਾ ਦਾ ਮੰਗਲ ਹੈ। ਕਵੀਆਂ ਨੇ ਧਰਵਾ ਬੰਨਿਆ, ਕੋਈ ਅਸੂਲ ਨੀਅਤ ਕੀਤਾ ਅਨੁਸਾਰ ਮੰਗਲ ਕੀਤਾ ਹੈ। ਤੇ ਉਂਝੇ ਜਿਹੜੇ ਕੋਈ ਗੁਰਮਤਿ ਦੇ ਧਾਰਨੀ ਗੁਰੂ ਕੇ ਸਿੱਖ ਹੈ, ਉਹ ਇਸ ਤਰ੍ਹਾਂ ਆਪਣੀ ਤੀਕਸ਼ਣ ਬੁੱਧੀ ਦੁਆਰਾ ਗੁਰਮਤਿ ਅਨੁਸਾਰ ਵੀ ਇਹਦਾ ਅਰਥ ਕਰ ਲੈਂਦੇ ਹਨ। ਸ੍ਰੀ ਸ਼੍ਰੋਮਣੀ ਜੋ ਪਰਮੇਸ਼ਰ ਵਾਹਿਗੁਰੂ ਦੀ ਜੋਤ ਹੈ, ਜਿਵੇਂ ਚੰਡੀ ਬੜੀ ਤੇਜ਼ ਤਰਾਰੀ ਹੈ ਨਾ, ਇਸ ਤਰ੍ਹਾਂ ਵਾਹਿਗੁਰੂ ਦੀ ਜਿਹੜੀ ਜੋਤ ਹੈ, ਵਾਹਿਗੁਰੂ ਦੀ ਜਿਹੜੀ ਬੇਅੰਤ ਸ਼ਕਤੀ ਹੈ, ਉਹ ਵੀ ਚੰਡੀ ਦੇ ਵਾਂਗ ਹੈ। ਜਿੱਥੇ ਉਹ ਵਾਹਿਗੁਰੂ ਦੀ ਜੋਤ ਗੁਰੂ ਦੇ ਉਪਦੇਸ਼ ਦੁਆਰਾ ਕਮਾਈ ਕਰਨ ਤੋਂ ਬਾਅਦ ਪ੍ਰਗਟ ਹੋ ਜਾਂਦੀ ਹਿਰਦੇ ਵਿੱਚ, ਫਿਰ ਜਿਵੇਂ ਉਧਰ ਚੰਡੀ ਦੁਸ਼ਟਾਂ ਦੈਂਤਾਂ ਨੂੰ ਮਾਰਦੀ ਹੈ, ਇੱਧਰ ਜਿਹੜੀ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਕੇ ਪ੍ਰਤੱਖ ਹੋ ਕੇ ਹਿਰਦੇ ਅੰਦਰ ਜਿਹੜਾ ਦੁਸ਼ਟ ਸੁਭਾਅ ਹੈ, ਭੈੜਾ ਸੁਭਾਅ ਹੈ, ਇਹਨੂੰ ਟੁੱਟੇ ਟੁੱਟੇ ਕਰ ਸਕਦੀ ਹੈ। ਜਦੋਂ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਜਾਂਦੀ ਹੈ, ਉਸ ਵੇਲੇ ਮਨੁੱਖ ਬਹੁਤ ਸਿਆਣਾ ਬਣ ਜਾਂਦਾ ਹੈ, ਦੂਰ ਅੰਦੇਸ਼ ਬਣ ਜਾਂਦਾ ਹੈ, ਤ੍ਰਿਕਾਲ ਦਸਤੀ ਹੋ ਜਾਂਦਾ, ਤੀਸਰੀਆਂ ਖੁੱਲ੍ਹਣ ਤੋਂ। ਦੁਸ਼ਟ ਸੁਭਾਅ ਨੂੰ ਇਹ ਟੁੱਟੇ ਟੁੱਟੇ ਕਰ ਦੇਣ ਵਾਲੀ ਹੈ ਵਾਹਿਗੁਰੂ ਦੀ ਜੋਰ ਸ਼ਕਤੀ। ਤੇ ਪੋਇ ਦੰਡਨ ਬਰਬੰਡ ਪੂਜਾ ਉਤਕ੍ਰਿਸ਼ਟ ਹੈ, ਤੇ ਦੰਡ ਤੋਂ ਰਹਿਤ ਹੈ, ਤੇ ਬਰਬਾ
ਬਣ ਬੜੇ ਬਲ ਵਾਲੀਏ ਵਾਹਿਗੁਰੂ ਦੀ ਜੋਤ ਸ਼ਕਤੀ। ਜਗ ਮੰਡਨ ਪਦ ਬੰਦਨਾ ਜੋ ਸ਼੍ਰੋਮਣੀ ਪਰਮੇਸ਼ਰ ਦੀ ਜੋਤ ਸ਼ਕਤੀ ਹੈ, ਸੰਸਾਰ ਨੂੰ ਮੰਡਨ ਕੀ ਹੈ, ਸਜਾਉਣ ਬਜਾਉਣ ਵਾਲੀ ਹੈ, ਸਵਾਰਨ ਵਾਲੀ ਹੈ, ਤੇ ਪਦ ਕੇਵਲ ਮੁਕਤੀ ਦੀ ਦਾਤੀ ਹੈ, ਜਿਹੜੀ ਇੱਕੋ ਇੱਕ ਨਿਰਗੁਣ ਸਰੂਪ ਦੀ ਮੁਕਤੀ ਉਹਨੂੰ ਦੀ ਬਖਸ਼ਿਸ਼ ਕਰਨ ਵਾਲੀ ਹੈ। ਐਸੀ ਜਿਹੜੀ ਵਾਹਿਗੁਰੂ ਦੀ ਜੋਤ ਹੈ, ਉਹਨੂੰ ਮੈਂ ਬੰਦਨਾ ਕਰਦਾ, ਨਮਸਕਾਰ ਕਰਦਾ। ਕਵੀ ਸੰਤੋਖ ਸਿੰਘ ਜਾਂ ਕੋ ਤੇਜ ਪ੍ਰਚੰਡ। ਇਸ ਵਾਹਿਗੁਰੂ ਦੀ ਜੋਤ ਦਾ, ਸ਼ਕਤੀ ਦਾ ਜਿਹੜਾ ਪ੍ਰਤਾਪ ਹੈ, ਤੇਜ ਹੈ, ਪ੍ਰਤਾਪ ਹੈ, ਬਹੁਤ ਹੀ ਪ੍ਰਚੰਡ ਕੇ ਤਿੱਖਾ ਹੈ, ਤਿੱਖੇ ਤੇਜ ਵਾਲੀ ਹੈ ਵਾਹਿਗੁਰੂ ਦੀ ਜੋਤ। ਦੁਸ਼ਟ ਸੁਭਾਅ ਨੂੰ ਨਾਸ਼ ਕਰਨ ਵਾਲੀ ਹੈ, ਬਲ ਵਾਲੀ ਹੈ, ਉਤਕ੍ਰਿਸ਼ਟ ਹੈ, ਦੰਡ ਤੋਂ ਰਹਿਤ ਹੈ। ਜਿਹੜਾ ਜੋਤ ਕਰ ਪ੍ਰਗਟ ਕਰ ਲੈਂਦਾ ਉਹ ਵੀ ਮਨੁੱਖ ਦੰਡਾਂ ਜਾਂ ਦੰਡ ਪਿਤਰ ਦੰਡ ਆਦਿਕ ਇਹ ਸਾਰਿਆਂ ਤੋਂ ਰਹਿਤ ਕਰ ਹੋ ਜਾਂਦਾ। ਇਸ ਤਰ੍ਹਾਂ ਇਹ ਦੰਡ ਤੋਂ ਰਹਿਤ ਕਰ ਦੇਣ ਵਾਲੀ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ। ਕਹਿ ਬਾਲਾ ਸ੍ਰੀ ਅੰਗਦ ਗੁਰ ਜੀ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਸੁਭਾਏ ਮਾਨ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ, ਸੁਨਹੁ ਕਥਾ ਨਾਸ਼ਕ ਤ੍ਰੈ ਜੁਰ ਕੀ। ਜੋ ਤਿੰਨੇ ਤਾਪਾਂ ਨੂੰ ਨਾਸ਼ ਕਰਨ ਵਾਲੀ ਗੁਰੂ ਨਾਨਕ ਸਾਹਿਬ ਦੀ ਕਥਾ ਹੈ, ਉਹ ਤੁਸੀਂ ਹੋਰ ਸੁਣੋ ਅੱਗੇ। ਬਹੁਰ ਰਿਤ ਪਾਵਸ ਸ਼ੁਭ ਆਈ। ਗਰਮੀ ਦੀ ਰੁੱਤ ਜਦੋਂ ਉਹ ਬਤੀਤ ਹੋ ਗਈ ਹੈ, ਖਤਮ ਹੋ ਗਈ ਹੈ, ਫਿਰ ਜਿਹੜੀ ਬਰਸਾਤ ਰੁੱਤ ਆ ਗਈ ਹੈ, ਸਾਉਣ ਦਾ ਮਹੀਨਾ ਚੜ੍ਹਿਆ ਆਇਆ ਹੈ, ਬਰਸਾਤ ਰੁੱਤ ਆ ਗਈ ਹੈ। ਗਗਨ ਬੀਚ ਬਾਦਰ ਦ੍ਰਿਸ਼ਟਾਈ। ਇਸ ਕਰਕੇ ਆਕਾਸ਼ ਦੇ ਵਿੱਚ ਹਰ ਪਾਸੇ ਜਿਹੜੇ ਬੱਦਲ ਹੀ ਬੱਦਲ ਦਿਸਣ ਲੱਗ ਪਏ ਹਨ। ਭਾਗ ਜਗੇ ਪੂਰਬ ਜਗ ਆਸੀ। ਆਕਾਸ਼ ਵਿੱਚ ਇਉਂ ਬੱਦਲ ਪ੍ਰਗਟ ਹੋ ਗਏ ਜਿਵੇਂ ਜਿਹੜਾ ਜਗਿਆਸੂ ਪੁਰਸ਼, ਮੁਕਤੀ ਦੀ ਇੱਛਾ ਵਾਲਾ ਪੁਰਸ਼ ਹੈ, ਉਹਦੇ ਪਿਛਲੇ ਕੋਈ ਚੰਗੇ ਭਾਗ ਜਾਗ ਪੈਣ, ਪ੍ਰਗਟ ਹੋ ਜਾਣ। ਜੋ ਤਨ ਧਰਤ ਸੰਤ ਸੁਖ ਰਾਸੀ। ਇਹ ਕਹਿੰਦੇ ਉਹ ਜਗਿਆਸੂ ਦੀ ਮੁਕਤੀ ਕਰਨ ਵਾਸਤੇ, ਉਹਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਨ ਵਾਸਤੇ ਜਿਹੜੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਸੰਤ ਹੈ, ਸੁੱਖਾਂ ਦੇ ਖਜ਼ਾਨਾ, ਉਹ ਇਸ ਸੰਸਾਰ ਤੇ ਸਰੀਰ ਧਾਰਨ ਕਰ ਲੈਂਦੇ ਹੈ, ਜਿਸ ਕਰਕੇ ਮੁਕਤੀ ਦੀ ਇੱਛਾ ਵਾਲਿਆਂ ਨੂੰ ਉਹ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ, ਤੇ ਇਸ ਤਰ੍ਹਾਂ ਮੁਕਤ ਹੋ ਜਾਂਦੇ ਹਨ। ਚੜੀ ਘਟਾ ਕਾਲੀ ਜਿਵ ਕਾਲੀ। ਜਿਹੜੀਆਂ ਕਾਲੀਆਂ ਘਟਾਂ ਇਉਂ ਚੜੀਆਂ ਆਕਾਸ਼ ਵਿੱਚ, ਜਿਵੇਂ ਦੈਤਾਂ ਨੂੰ ਮਾਰਨ ਵਾਸਤੇ ਕਾਲੀ ਚੜ ਪਈ ਹੋਵੇ। ਪਰਨੋ ਬਜਰ ਬਜਾਵਤ ਤਾਲੀ। ਇਸ ਤਰ੍ਹਾਂ ਜਿਹੜਾ ਬਦਲਾਂ ਦੇ ਵਿੱਚੋਂ ਬਿਜਲੀ ਕੜਕ ਰਹੀ ਹੈ, ਗੜਕ ਰਹੀ ਹੈ, ਇਹ ਮਾਨੋ ਕਾਲੀ ਕੀ ਤਾੜੀਆਂ ਵਜਾ ਰਹੀ ਹੈ ਦੈਤਾਂ ਨੂੰ ਮਾਰਨ ਵਾਸਤੇ। ਸਾਸਨ ਪਾਕ ਸਰਾਸਨ ਜੋ। ਜਿਹੜਾ ਇਹ ਬਦਲਾਂ ਦੇ ਵਿੱਚ ਇੰਦਰ ਧਨਕ ਬਣਿਆ ਹੋਇਆ ਹੈ, ਜਿਹਨੂੰ ਅਸੀਂ ਕਹਿੰਦੇ ਵੀ ਆ ਪੀਂਘ ਪਈ ਹੋਈ ਹੈ। ਬਾਂਕੀ ਪ੍ਰਿਕਟੀ ਲਖਿਅਤ ਸੋ। ਇਹ ਮਾਨੋ ਕਹਿੰਦੇ ਜਿਹੜੀ ਚੰਡੀ ਹੈ, ਉਹਦੇ ਕਹਿੰਦੇ ਟੇਢੇ ਪ੍ਰਵੱਟੇ ਜਾਣੇ ਜਾ ਸਕਦੇ, ਸਮਝ ਲੈਣਾ ਕਰੀਏ। ਅਤ ਕਰਕਨ ਜਿਹ ਕੀ ਕਲਕਾਰੀ। ਬਿਜਲੀ ਦਾ ਬਹੁਤਾ ਕੜਕਣਾ ਹੈ ਨਾ, ਇਹੀ ਮਾਨੋ ਕਾਲੀ ਦੀ ਕਹਿੰਦੇ ਕਿਲਕਾਰੀ ਵੱਜ ਰਹੀ ਹੈ। ਡਰਤ ਅਸੁਰ ਸੇ ਮੇਚਕ ਬਿਆਰੀ। ਉਹ ਕਿਲਕਾਰੀਆਂ ਨੂੰ ਸੁਣ ਕੇ ਦੈਂਤ ਉਹ ਡਰਦੇ ਸੀ। ਇੱਧਰ ਜਿਹੜੀਆਂ ਕਾਲੀਆਂ ਘਟਾਂ ਕਾਲੀ ਵਰਗੇ, ਇੱਥੋਂ ਕਹਿੰਦੇ ਜਿਹੜੇ ਕਾਲੇ ਸੱਪ ਦੈਂਤਾਂ ਵਰਗੇ ਡਰ ਰਹੇ ਹਨ। ਹੋਤ ਘੋਖ ਜਿਹ ਗਰਜ ਸੁਨਾਵਤ। ਇਸੇ ਤਰ੍ਹਾਂ ਜਦੋਂ ਕੋਈ ਬੱਦਲ ਦੀ ਗਰਜ ਹੁੰਦੀ ਹੈ, ਇਸ ਤਰ੍ਹਾਂ ਕਹਿੰਦੇ ਜਿਹੜੀ ਬੱਦਲਾਂ ਦੀ ਗਰਜ ਹੋ ਰਹੀ ਹੈ, ਇਹ ਮਾਨੋ ਕਹਿੰਦੇ ਕਾਲੀ ਗਰਜਣਾ ਕਰ ਰਹੀ ਹੈ। ਅਮਰ ਮਯੂਰ ਹਰਖ ਉਪਜਾਵਤ। ਉਸ ਗਰਜ ਨੂੰ, ਉਸ ਗਰਜਣ ਦੀ ਆਵਾਜ਼ ਨੂੰ ਸੁਣ ਕੇ ਜਿਹੜੇ ਦੇਵਤੇ ਰੂਪ ਬਿਮੋਰ ਹੈ,
ਉਹ ਖੁਸ਼ੀਆਂ ਪੈਦਾ ਕਰ ਰਹੇ ਹਨ। ਚੰਚਲ ਜੋ ਚੰਚਲਾ ਚਮਕਾਵਤ, ਜਿਵੇਂ ਜਿਹੜੀ ਚੰਚਲਾ ਕੀ ਬਿਜਲੀ ਹੈ, ਬਹੁਤ ਹੀ ਚੰਚਲ ਹੋ ਕੇ ਚਮਕਦੀ ਹੁੰਦੀ ਹੈ। ਕਿਤੇ ਕਿਤੇ ਉਹ ਚਮਕਦੀ ਮਾਰਦੀ ਬਿਜਲੀ ਕੜਕਦੀ, ਕਿਤੇ ਕਿਤੇ ਚਮਕਦੀ ਹੁੰਦੀ ਹੈ। ਜਿਸ ਤਰ੍ਹਾਂ ਕਹਿੰਦੇ ਜਿਹੜੀ ਬਿਜਲੀ ਹੈ ਚੰਚਲ ਜਿਹੀ ਹੋ ਕੇ ਚਮਕਦੀ ਹੁੰਦੀ ਹੈ। ਪਾਨ ਕਿਰਪਾਨਹਿ ਲਏ ਨਚਾਵਤ, ਇਹ ਮਾਨੋ ਜਿਹੜੀ ਕਾਲੀ ਹੈ, ਕਾਲੀ ਕਟਾਰੂ ਆਪਣੇ ਹੱਥ ਵਿੱਚ ਕਿਰਪਾਨ ਲੈ ਕੇ ਨਚਾਰੀ ਹੈ, ਕਿਰਪਾਨ ਚਮਕਾ ਰਹੀ ਹੈ। ਦੰਤ ਪੰਕਤੀ ਸ਼ੋਭਤ ਬਲਾਕਾ, ਇਸ ਤਰ੍ਹਾਂ ਬੱਦਲਾਂ ਦੇ ਵਿੱਚ ਕਾਲੀਆਂ ਘਟਾਂ ਵਿੱਚੋਂ ਬਗਲੇ ਉੱਡਦੇ ਫਿਰਦੇ ਹੁੰਦੇ ਹੈ। ਕਹਿੰਦੇ ਇਸ ਤਰ੍ਹਾਂ ਜਿਹੜੇ ਕੋਈ ਬਲਾਕੇ ਹੈ ਨਾ, ਬਗਲੇ ਹੈ, ਉਹ ਡਾਰੀਆਂ ਲਾਰੇ, ਇਹ ਮਾਨੋ ਕਾਲੀ ਦੀ ਕਹਿੰਦੇ ਦੰਦਾਂ ਦੀ ਪੰਗਤੀ ਹੈ, ਦੰਦਵੀੜ ਹੈ ਚਿੱਟੇ ਰੰਗ ਦੀ। ਸ਼ਾਮ ਸਰੂਪ ਬਨਿਓ ਅਸਤਾਂਕਾ, ਇਸ ਤਰ੍ਹਾਂ ਕਹਿੰਦੇ ਜਿਹੜੀ ਕਾਲੀ ਹੈ ਉਹਦਾ ਕਹਿੰਦੇ ਕਾਲੀ ਘਟਾਰੂ ਸੋਹਣਾ ਸਰੂਪ ਬਣਿਆ ਹੋਇਆ, ਬੱਦਲ ਬਣ ਕੇ ਇਸ ਤਰ੍ਹਾਂ ਦੱਸ ਰਹੀ ਹੈ। ਮਿਲ ਦਾਦਰ ਬਹੁ ਸ਼ਬਦ ਪੁਕਾਰਾ, ਜਿਵੇਂ ਬੱਦਲ ਦੀ ਬਾਰਿਸ਼ ਪੈ ਜਾਏ ਫਿਰ ਬਹੁਤੇ ਡੱਡੂ ਜੇ ਮਿਲ ਕੇ ਉੱਚੀ ਉੱਚੀ ਬੋਲਦੇ ਹੁੰਦੇ, ਗੜਗੜਾ ਕਰਦੇ ਹੁੰਦੇ ਹਨ। ਮਨ ਹੋ ਪੜਤ ਬਾਲਿਕ ਚਟ ਸਾਰਾ, ਸਮਝ ਲਓ ਜਿਵੇਂ ਬੱਦਲ ਦੀ ਬਾਰਿਸ਼ ਪੈ ਰਹੀ ਹੋਵੇ ਤੇ ਖੁਸ਼ ਹੋ ਕੇ ਬੱਚੇ ਜਿਹੜੇ ਸਕੂਲ ਦੇ ਹੈ ਉਹ ਜਿਵੇਂ ਪੜ੍ਹਾਈ ਕਰ ਰਹੇ ਹੋਣ, ਉਡਾ ਜਾਂ ਹੋਰ ਆਪਣੀ ਸੰਥਿਆ ਪਕਾ ਰਹੇ ਹੋਣ ਕਿਸੇ ਸਕੂਲ ਵਿੱਚ। ਇਸ ਤਰ੍ਹਾਂ ਕਹਿੰਦੇ ਬੱਦਲ ਦੀ ਬਾਰਿਸ਼ ਦੇ ਵਿੱਚ ਇਹ ਜਿਹੜੇ ਡੱਡੂ ਬੋਲ ਰਿਹਾ ਮਾਨੋ ਬੱਚੇ ਹੀ ਪੜ ਰਹੇ ਹਨ। ਜਰ ਤੇ ਜਰ ਗਇਓ ਜੂਹੂ ਜਵਾਸਾ, ਇਹ ਬੱਦਲ ਦੇ ਪੈਣ ਕਰਕੇ ਜਿੰਨਾ ਜਵਾਹਾਂ ਹੈ ਉਹ ਜੜ ਤੋਂ ਹੀ ਕਹਿੰਦੇ ਸਾਰਾ ਸੜ ਮੱਚ ਗਿਆ। ਬਾਕੀ ਜਿੰਨੇ ਦਰਖਤ ਹੈ, ਘਾਹ ਪੱਠਾ ਹੈ, ਜਿੰਨੇ ਬਗੀਚਿਆਂ ਦੇ ਫੁੱਲ ਹੈ, ਪਸ਼ੂ ਪੰਛੀ ਹੈ, ਸਭ ਖੁਸ਼ ਹੋ ਜਾਂਦੇ ਬਾਰਿਸ਼ ਪੈਣ ਨਾਲ। ਇੱਕੋ ਇੱਕ ਜਿਹੜਾ ਅੱਕ ਹੈ ਤੇ ਜਵਾਹਾਂ ਹੈ ਇਹ ਸੜ ਮੱਚ ਜਾਂਦੇ ਹੈ। ਇਹ ਦੇਖ ਲਿਓ ਜੇਠ ਹਾੜ ਦੀ ਗਰਮੀ ਵਿੱਚ ਜਿਹੜਾ ਦੇਸੀ ਅੱਗ ਐ ਲੈ ਲਹਾਊਗਾ, ਜਦੋਂ ਕਿਤੇ ਬਾਰਿਸ਼ ਪੈ ਗਈ ਫਿਰ ਉਹਦਾ ਬੁਰਾ ਹਾਲ ਹੁੰਦਾ। ਇਹ ਤਰ੍ਹਾਂ ਇੱਕ ਜਵਾਹਾਂ ਹੈਗਾ ਹੈ, ਉਹ ਵੀ ਜਦੋਂ ਹੈ ਪੂਰੀ ਗਰਮੀ ਪੂਰਾ ਐਨ ਕਿਰਾ ਖਿੜੂਗਾ, ਪੈਨ ਪੱਤਰੇ ਉਹਦੇ ਲਾ ਲਹਾਣਗੇ। ਜਦੋਂ ਪੈ ਗਈ ਬਾਰਿਸ਼ ਉਦੋਂ ਕਹਿੰਦੇ ਜੜ੍ਹਾਂ ਤੋਂ ਹੀ ਸੜ ਜਾਂਦਾ, ਮੁੱਕ ਜਾਂਦਾ, ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਬਰਸਾਤ ਦੇ ਮਹੀਨੇ ਬੱਦਲਾਂ ਦੀ ਬਾਰਿਸ਼ ਹੋਣ ਕਰਕੇ ਜਿਹੜਾ ਜਵਾਹਾਂ ਉਹ ਤਾਂ ਜੜ੍ਹਾਂ ਤੋਂ ਹੀ ਸਾਰੇ ਕਹਿੰਦੇ ਸੜ ਮੱਚ ਗਿਆ ਹੈ। ਜੋ ਹਰ ਭਗਤ ਹੋਤ ਅਗ ਨਾਸ਼ਾ, ਜੋ ਹਰ ਭਜਨ ਹੋਤ ਅਗ ਨਾਸ਼ਾ। ਜਵਾਹਾਂ ਕਹਿੰਦੇ ਕਿਵੇਂ ਸੜ ਮੱਚ ਗਿਆ ਜੜ੍ਹਾਂ ਤੋਂ, ਜਿਵੇਂ ਵਾਹਿਗੁਰੂ ਦਾ ਭਜਨ ਕਰਕੇ ਸਾਰੇ ਜਿਹੜੇ ਪਾਪ ਹੈ ਕਹਿੰਦੇ ਜੜ੍ਹਾਂ ਹੀ ਤੋਂ ਹੀ ਮੁੱਢ ਤੋਂ ਹੀ ਨਾਸ ਹੋ ਜਾਂਦੇ, ਮੁੱਢ ਤੋਂ ਹੀ ਸਾਰੇ ਖਤਮ ਹੋ ਜਾਂਦੇ ਹਨ। ਮਿਲ ਸਰਤਾ ਸੋ ਜੇ ਲਗ ਨਾਲਾ, ਇਸੇ ਤਰ੍ਹਾਂ ਕਹਿੰਦੇ ਜਿਹੜੇ ਛੋਟੇ ਛੋਟੇ ਬਰਸਾਤੀ ਨਾਲੇ ਹਨ ਉਹ ਨਦੀਆਂ ਨਾਲ ਮਿਲ ਜੁਲ ਕੇ ਸਿੰਧ ਸਰੂਪ ਭਏ ਤਿਹ ਕਾਲਾ। ਬੱਦਲ ਦੀ ਬਾਰਿਸ਼ ਹੋਣ ਕਰਕੇ ਉਸ ਸਮੇਂ ਸਾਰੇ ਸਮੁੰਦਰ ਦਾ ਰੂਪ ਹੋ ਗਏ ਛੋਟੇ ਛੋਟੇ ਬਰਸਾਤੀ ਨਾਲੇ, ਕਿਉਂਕਿ ਜਦੋਂ ਬੱਦਲ ਬਰਸਦੇ ਪਾਣੀ ਬਹੁਤਾ ਹੋ ਜਾਂਦਾ ਹੈ। ਛੋਟੇ ਛੋਟੇ ਜਿਹੜੇ ਬਰਸਾਤੀ ਜੇ ਨਾਲੇ ਆ ਫਿਰ ਜਾ ਕੇ ਨਦੀਆਂ ਵਿੱਚ ਪੈ ਜਾਂਦੇ, ਨਦੀਆਂ ਅੱਗੇ ਜਾ ਕੇ ਸਮੁੰਦਰ ਵਿੱਚ ਜਾ ਪੈਂਦੀਆਂ। ਇਸ ਤਰ੍ਹਾਂ ਕਹਿੰਦੇ ਬਰਸਾਤ ਰੁੱਤ ਵਿੱਚ ਜਿਹੜੇ ਬਰਸਾਤੀ ਨਾਲੇ ਉਹ ਨਦੀਆਂ ਵਿੱਚ ਮਿਲ ਕੇ ਅੱਗੇ ਉਹ ਸਮੁੰਦਰ ਰੂਪ ਹੋ ਗਏ ਹਨ, ਉਸ ਸਮੇਂ ਸਮੁੰਦਰ ਵਿੱਚ ਜਾ ਮਿਲੇ ਹਨ। ਬ੍ਰਹਮ ਗਿਆਨ ਭੇਜੈ ਸਮੁਖ, ਜਿਸ ਤਰ੍ਹਾਂ ਮੁਕਤੀ ਦੀ ਇੱਛਾ ਵਾਲੇ ਨੂੰ ਕਹਿੰਦੇ ਬ੍ਰਹਮ ਗਿਆਨ ਹੋ ਜਾਂਦਾ ਹੈ। ਬ੍ਰਹਮ ਰੂਪ ਹੋਵਤ ਬਿਨ ਦੋਖੂ, ਉਹ ਫਿਰ ਬਿਨਾਂ ਦੋਸ਼ਾਂ ਤੋਂ ਕਹਿੰਦੇ ਬ੍ਰਹਮ ਦਾ ਸਰੂਪ ਹੀ ਹੋ ਜਾਂਦਾ, ਜਿਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਜਾ ਕੇ ਸਮੁੰਦਰ ਰੂਪ ਹੋ ਜਾਂਦੇ। ਇਸ ਤਰ੍ਹਾਂ ਜਿਹੜਾ ਮੁਕਤੀ ਦੀ ਇੱਛਾ ਵਾਲਾ ਉਹਨੂੰ ਬ੍ਰਹਮ ਗਿਆਨ ਹੋਣ ਕਰਕੇ ਉਹ ਬ੍ਰਹਮ ਰੂਪ ਹੀ ਹੋ ਜਾਂਦਾ, ਪਰਮੇਸ਼ਰ ਰੂਪ ਹੋ ਜਾਂਦਾ ਹੈ। ਤਜ ਮਰਜਾਦ ਉਛਰੇ ਲਗ ਤਾਲਾ, ਬਰਸਾਤ ਰੁੱਤ ਵਿੱਚ ਬੱਦਲ ਪੈਣ ਕਰਕੇ
ਜਿਹੜੇ ਛੋਟੇ ਛੋਟੇ ਤਲਾਅ ਆਪੋ ਆਪਣੀ ਮਰਜ਼ਾਦਾ ਛੱਡ ਕੇ ਆਪੋ ਆਪਣੀਆਂ ਹੱਦਾਂ ਕਿਨਾਰੇ ਛੱਡ ਕੇ ਤਾਂ ਨੂੰ ਉਛਲਦੇ ਹਨ। ਜੋ ਸ੍ਰੀ ਮਦ ਤੇ ਨੀਚ ਕੁਚਾਲਾ, ਓਏ ਆ ਸਮਝ ਲਓ ਜਿਵੇਂ ਕਹਿੰਦੇ ਜਿਹੜਾ ਨੀਚ ਪੁਰਸ਼ ਹੈ ਨਾ, ਖੋਟੀ ਚਾਲ ਵਾਲਾ, ਭੈੜੀ ਚਾਲ ਵਾਲਾ, ਖੋਟੇ ਚਾਲ ਚਰਨ ਵਾਲਾ, ਉਹਦੇ ਕੋਲ ਸ੍ਰੀ ਕੀ ਮਾਇਆ ਜੀ ਆ ਜਾਏ, ਕਹਿੰਦੇ ਉਹ ਹੰਕਾਰ ਆਉਣ ਕਰਕੇ ਨਾ ਤੇ ਉਹ ਤਾਂ ਨੂੰ ਉਛਲਦਾ, ਫੂਫਾਂ ਜੀ ਕਰਦਾ ਹੁੰਦਾ। ਕਹਿੰਦੇ ਇਸ ਤਰ੍ਹਾਂ ਛੋਟੇ ਛੋਟੇ ਤਲਾਅ ਬਦਲਾਂ ਦੀ ਬਾਰਿਸ਼ ਕਰਕੇ ਉਹ ਤਾਂ ਨੂੰ ਉਛਲ ਰਹੇ ਹੈ। ਜਿਵੇਂ ਕਹਿੰਦੇ ਨੀਚ ਪੁਰਸ਼ ਕੋਲ ਮਾਇਆ ਆ ਜਾਏ, ਉਹ ਹੰਕਾਰ ਕਰਕੇ ਤਾਂ ਨੂੰ ਉਛਲਦਾ ਹੁੰਦਾ ਹੈ। ਉਡਤ ਧੂਰ ਜੋ ਸਗਲ ਬਿਲਾਨੀ, ਬੱਦਲ ਦੀ ਬਾਰਿਸ਼ ਕਰਕੇ ਜਿਹੜੀ ਜੇਠ ਹਾੜ ਦੇ ਮਹੀਨਿਆਂ ਵਿੱਚ ਮਿੱਟੀ ਘਟਾ ਉੱਡਦਾ ਸੀ, ਉਹ ਸਾਰਾ ਖਤਮ ਹੋ ਗਿਆ। ਜੋ ਸਤਿਗੁਰ ਮਿਲ ਕੁਮਤ ਨਸਾਨੀ, ਓਏ ਉਹ ਕਹਿੰਦੇ ਮਿੱਟੀ ਘਟਾ ਖਤਮ ਹੋ ਰਿਹਾ, ਜਿਵੇਂ ਸਤਿਗੁਰੂ ਨਾਲ ਮਿਲ ਕੇ ਮਨੁੱਖ ਦੀ ਖੋਟੀ ਮਤ ਨਾਸ ਹੋ ਜਾਂਦੀ ਹੈ। ਪੰਥੀ ਚਲਤ ਧਾਮ ਬਿਸਰਾਮੇ, ਜਿਹੜੇ ਕੋਈ ਰਸਤਿਆਂ ਵਿੱਚ ਰਸਤੀ ਰਾਹੀ ਪਾਂਦੀ ਚੱਲਦੇ ਸੀ, ਬੱਦਲ ਦੀ ਬਾਰਿਸ਼ ਦੀ ਬਹੁਤਾ ਕਰ ਦੇਖ ਕੇ ਉਹ ਚਲਦੇ ਹੋਏ ਘਰਾਂ ਚ ਹੀ ਆ ਟਿਕੇ ਹਨ, ਆਪੋ ਆਪਣੇ ਘਰੇ ਟਿਕੇ ਹਨ। ਜੋ ਮਨ ਥਿਰ ਸਿਮਰਤ ਹਰ ਨਾਮੇ, ਓਏ ਉਹ ਟਿਕੇ ਜਿਵੇਂ ਉਹ ਕਹਿੰਦੇ ਵਾਹਿਗੁਰੂ ਦਾ ਨਾਮ ਸਿਮਰਦਿਆਂ ਮਨ ਟਿਕ ਜਾਂਦਾ ਹੈ। ਜੋ ਲੀਲਾ ਕੀਨੀ ਰਿਤ ਬਰਸਾ, ਜਿਵੇਂ ਗੁਰੂ ਮਹਾਰਾਜ ਨੇ ਬਰਸਾਤ ਰੁੱਤ ਵਿੱਚ ਲੀਲਾ ਕੀਤੀ ਹੈ। ਤਿਉ ਮੈਂ ਕਹੋ ਸੁਨੋ ਸਾਰ ਸਖਾ, ਭਾਈ ਬਾਲਾ ਜੀ ਕਹਿੰਦੇ ਉਵੇਂ ਮੈਂ ਕਹਿਣਾ ਹਾਂ, ਤੁਸੀਂ ਬੜੀ ਪ੍ਰਸੰਨਤਾ ਸਹਿਤ ਆਨੰਦ ਸਹਿਤ ਇਹ ਗੁਰੂ ਅੰਗਦ ਸਾਹਿਬ ਜੀ ਸੁਣੋ। ਇੱਕ ਦਿਵਸ ਕਾਲੂ ਲੈ ਅੰਕਾ, ਇਹ ਗੁਰੂ ਅੰਗਦ ਸਾਹਿਬ ਜੀ ਇੱਕ ਦਿਨ ਦੀ ਗੱਲ ਹੈ। ਪਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੀ ਗੋਦ ਵਿੱਚ ਲੈ ਲਿਆ। ਕਰ ਦੁਲਾਰ ਪਿਖ ਬਦਨ ਮਯੰਕਾ, ਇਹ ਚੰਦਰਮਾ ਪੂਰਨਮਾਸੀ ਦੇ ਚੰਦਰਮਾ ਵਰਗਾ ਮੁਖ ਵੇਖ ਵੇਖ ਕੇ ਲਾਡ ਪਿਆਰ ਕਰਨ ਲੱਗਿਆ। ਬਚਨ ਕਹਿਤ ਸੁਤ ਤੂੰ ਭਾਸਿਆਨਾ, ਲਾਡ ਜਾ ਕਰਦਾ ਕਰਦਾ ਬਚਨ ਕਹਿਣ ਲੱਗਿਆ, ਹੇ ਸੁਪੁੱਤਰ ਗੁਰੂ ਨਾਨਕ, ਤੂੰ ਉਮਰ ਕਰਕੇ ਹੁਣ ਬੜਾ ਤਗੜਾ ਸਿਆਣਾ ਬਣ ਗਿਆ ਹੈ। ਆਪ ਨਾ ਕਰਤ ਕੋ ਸੰਗ ਬਨ ਜਾਨਾ, ਹੁਣ ਤੂੰ ਵੱਡਾ ਹੋਣ ਕਰਕੇ ਹੁਣ ਗਊਆਂ ਮੱਝਾਂ ਚਾਰਨ ਵਾਸਤੇ ਵੀ ਤੂੰ ਦਾਸਾਂ ਦੇ ਨਾਲ ਨਹੀਂ ਜਾਂਦਾ, ਉਹ ਆਪੇ ਹੀ ਜਾਂਦੇ ਹਨ। ਉਬੈ ਬ੍ਰਿਖਬ ਨਿਜ ਔਸ਼ਕ ਮਾਹੀ, ਇਸ ਪੁੱਤਰ ਹੁਣ ਤੂੰ ਇਉਂ ਕਰ ਲੈ, ਆਪਣਾ ਜਿਹੜਾ ਗਊਆਂ ਮੱਝਾਂ ਦਾ ਔਸ਼ਕ ਕੀ ਬੱਗ ਹੈ ਨਾ, ਉਹਦੇ ਵਿੱਚੋਂ ਦੋ ਜਿਹੜੇ ਬੈਲ ਹੈ ਚੰਗੇ ਚੰਗੇ ਨਵੇਂ ਨਰੋਏ, ਲੇਹੋ ਨਿਕਾਸ ਤਰਨ ਜੋ ਆਹੀ, ਕਹਿੰਦੇ ਚੰਗੇ ਜਿਹੜੇ ਜਵਾਨ ਬੈਲ ਬਲਦ ਹੋਣ ਨਾ, ਉਹ ਤੂੰ ਛਾਂਟ ਕੇ ਦੋ ਬੈਲ ਕੱਢ ਲਾ ਉਹਨਾਂ ਵਿੱਚੋਂ। ਲਾਂਗੋਲ ਸੰਗ ਬਹਰ ਕਰ ਕੰਮ, ਕਹਿੰਦੇ ਹਲ ਪੰਜਾਰੀ ਜੀ ਲੈ ਕੇ ਤੇ ਇਸ ਤਰ੍ਹਾਂ ਹੀ ਨਾਲ ਹੀ ਕਹਿੰਦੇ ਹੋਰ ਬੀਜ ਬੂਜ ਲੈ ਲਾ ਤੇ ਕਾਮਾ ਲੈ ਲਾ, ਇੱਕ ਸੀਰੀ ਲੈ ਲਾ। ਬੀਜ ਸੋ ਲੈ ਹੋ ਸਵਾ ਮਨ ਧਾਮਾ, ਆਪਣੇ ਘਰ ਦੇ ਵਿੱਚ ਬਹੁਤ ਵਧੀਆ ਕਣ ਪਈ, ਉਹਦੇ ਵਿੱਚੋਂ ਤੋਲ ਕੇ ਸਵਾ ਕਮਣ ਬੀਜ ਲੈ ਲਾ। ਜਾਏ ਰਾਹੀਏ ਖੇਤ ਨਿਰਾਲਾ, ਇਸ ਪੁੱਤਰ ਕਹਿੰਦੇ ਇਸ ਤਰ੍ਹਾਂ ਆਪਣਾ ਵੱਖਰਾ ਜਿਹੜਾ ਖੇਤ ਹੈ ਜਾ ਕੇ ਤੂੰ ਬੀਜ ਲਈਏ। ਕਰ ਹੋ ਨੀਰ ਸੋ ਤਿਹ ਪ੍ਰਤਪਾਲਾ, ਜਦੋਂ ਹਰਾ ਭਰਾ ਹੋ ਜਾਏ, ਪਾਣੀ ਦਾ ਸਮਾਂ ਹੋ ਜਾਏ ਤੇ ਖੂਹ ਦੇ ਨਾਲ ਉਹਨੂੰ ਪਾਣੀ ਦੇ ਦੇ ਕੇ ਹਰਾ ਭਰਾ ਰੱਖ ਲਈ, ਪਾਲੀ ਪੋਸੀ। ਮ੍ਰਿਗ ਪਸ਼ੂਨ ਕੇ ਹੋਏ ਰਖਵਾਰੇ, ਇਸੇ ਤਰ੍ਹਾਂ ਕੋਈ ਜਿਹੜੇ ਕੋਈ ਮਿਰਗ ਹੈ, ਹਰਨ ਹੁਰਨ ਹੋਰ ਪਸ਼ੂ ਹੈ, ਉਹਨਾਂ ਤੋਂ ਕਹਿੰਦੇ ਤੂੰ ਰਖਵਾਲਾ ਕਰ ਬਣਨਾ, ਰੱਖੀ ਕਰਨੀ ਹੈ। ਕ੍ਰਿਖ ਪਕਾਏ ਕੀਜੈ ਖਲਵਾਰੇ, ਆ ਖੇਤੀ ਨੂੰ ਪਕਾ ਕੇ ਫਿਰ ਵਡਾ ਕੇ ਵੱਡੇ ਵੱਡੇ ਖਲਵਾੜੇ ਲਵਾ ਲਈ, ਪਿੜ ਲਗਵਾ ਲਈ। ਆ ਜਿਹੜੀਆਂ ਭਰੀਆਂ ਜੀਆਂ ਇਕੱਠੀਆਂ ਕਰਕੇ ਕਸਾਟੇ ਲਾਲਣ ਨੂੰ ਕਹਿੰਦੇ ਖਲਵਾੜੇ ਲਾਏ ਜੀ। ਇਸੇ ਤਰ੍ਹਾਂ ਫਿਰ ਉਹਨੂੰ ਅੱਗੇ ਉਹ ਜਦੋਂ ਖੋਲ ਖੋਲ ਕੇ ਅੱਗੇ ਉੱਪਰ ਬੈਲ ਜੇ ਫੇਰ ਲੱਗ ਜਾਂਦੇ ਸੀ ਤੇ ਕੰਡਿਆਂ ਦਾ ਇੱਕ ਛਾਪਾ ਜਿਹਾ ਬਣਾ ਕੇ ਉਹ ਮਗਰ ਪਾ ਦਿੰਦੇ ਸੀ। ਉਹਨਾਂ ਨੂੰ ਕਹਿੰਦੇ ਸੀ ਵੀ ਅਸੀਂ ਗਾ ਰਹੇ ਹਾਂ ਖਲਵਾੜਾ, ਇਹ ਪਿੜ ਗਾ ਰਹੇ ਹਾਂ। ਕਹੇ ਇਸ ਤਰ੍ਹਾਂ ਵੱਡੇ ਵੱਡੇ ਤੂੰ ਖਲਵਾੜੇ ਲਾ ਲਈ ਖੇਤੀ ਪਕਾ ਕੇ। ਜੇ ਅਨ ਆਨਹ ਬਹੁ ਇੱਕ ਬਾਰੀ, ਇਸ ਪੁੱਤਰ ਇਸ ਤਰ੍ਹਾਂ ਜੇ ਇੱਕ ਵਾਰੀ ਤੂੰ
ਬਹੁਤਾ ਅੰਨ ਕਹਿੰਦੇ ਖੇਤ ਵਿੱਚੋਂ ਪਕਾ ਕੇ ਤੇ ਖਲਵਾੜਿਆਂ ਰਾਹੀਂ ਗਾਹ ਕੇ ਲੈ ਆਏਗਾ। ਰਖ ਦੇਵੋ ਕਾਮੇ ਦੋਇ ਚਾਰੀ। ਹੁਣ ਤਾਂ ਕਹਿੰਦੇ ਕਦਾ ਨੌਕਰ ਹੈ, ਫਿਰ ਦੇ ਕੇ ਕਹਿੰਦੇ ਤੇਰੇ ਨਾਲ ਕੰਮ ਕਰਨ ਵਾਲੇ 2-4 ਹੋਰ ਰੱਖ ਦਿਆਂਗਾ, ਹੋਰ ਸੀਰੀ ਰੱਖ ਦਿਆਂਗਾ। ਅਸ ਬਿਦ ਕੀ ਕ੍ਰਿਤ ਕਰਹੁ ਨਿਵਾਹੀ। ਇਸ ਪੁੱਤਰ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਤੂੰ ਚੰਗੀ ਤਰ੍ਹਾਂ ਨਿਭਾ, ਚੰਗੀ ਤਰ੍ਹਾਂ ਤਕੜਾ ਹੋ ਕੇ ਕਰ। ਟੁੱਟ ਹੋਏ ਸਭ ਕਿਛ ਘਰ ਮਾਹੀ। ਦੇਖ ਲਾ ਕਹਿੰਦੇ ਸਾਡੇ ਘਰ ਦੇ ਵਿੱਚ ਸਭ ਕੁਝ ਟੁੱਟੀ ਹੋ ਜੂ, ਖੋਟੀ ਹੋ ਜਾਊਗਾ। ਸ੍ਰੀ ਨਾਨਕ ਸੁਨ ਕਰ ਪਿਤ ਬਾਣੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਦੇ ਬਚਨਾਂ ਨੂੰ ਸੁਣਿਆ ਹੈ। ਜੋ ਧਨ ਤ੍ਰਿਸ਼ਨਾ ਮਹਿਲ ਪਟਾਨੀ। ਇਹ ਵੀ ਧਨ ਦੀ ਤ੍ਰਿਸ਼ਨਾ ਵਿੱਚ ਬੁੱਧੀ ਹੈ ਲਪਟੀ ਹੋਈ ਹੈ, ਵੀ ਮਾਇਆ ਹੀ ਮਾਇਆ ਚਾਹੁੰਦਾ ਪਿਓ। ਸੁਨ ਹੋ ਪਿਤਾ ਜੀ ਆਇਸ ਜੈਸੀ। ਉਸ ਵੇਲੇ ਕਹਿਣ ਲੱਗੇ ਪਿਤਾ ਜੀ ਸੁਣੋ ਜਿਵੇਂ ਤੁਹਾਡੀ ਆਗਿਆ ਹੋਈ ਹੈ ਮੈਨੂੰ। ਕਹੋ ਆਪ ਹੋ ਕਰ ਹੋ ਤੈਸੀ। ਉਹ ਤੁਸੀਂ ਖੋਲ ਕੇ ਕਰੋ ਤੇ ਕਹੋ ਤੇ ਮੈਂ ਉਸੇ ਤਰ੍ਹਾਂ ਕਰਾ ਲਵਾਂਗਾ। ਤਪ ਕਾਲੂ ਦੀਏ ਬੀਜ ਤੁਲਾਇਆ। ਇਹ ਸੁਣ ਕੇ ਤੇ ਉਸ ਵੇਲੇ ਕਾਲੂ ਜੀ ਨੇ 1.25 ਮਣ ਬੀਜ ਤੋਲ ਕੇ ਦੇ ਦਿੱਤਾ ਇਹਨਾਂ ਨੂੰ। ਇੱਕ ਕਾਮਾ ਸੁਤ ਸੰਗਰ ਲਾਇਆ। ਹਰਜਾ ਜੁੜਾ ਕੇ ਤੇ ਇੱਕ ਜਿਹੜਾ ਕੰਮ ਹੈ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਲਾਲਤਾ ਨਾਲ ਭੇਜ ਦਿੱਤਾ ਹੈ। ਲਾਂਗੁਲ ਬੀਜ ਲਏ ਕਰ ਦੋ। ਕਹਿੰਦੇ ਇਸ ਤਰ੍ਹਾਂ ਹਾਲਾ ਤੇ ਦੂਸਰਾ ਜਿਹੜਾ ਬੀਜ ਹੈ 1.25 ਮਣ, ਦੋਵੇਂ ਚੀਜ਼ਾਂ ਲੈ ਕੇ ਵਾਹਣ ਗਏ ਭੂਮਿਕਾ ਸੋ। ਗੁਰੂ ਨਾਨਕ ਸਾਹਿਬ ਜੀ ਜਿਹੜੀ ਬਾਹਰ ਕੋਈ ਧਰਤੀ ਉਹਨੂੰ ਬਾਉਣ ਵਾਸਤੇ ਚਲੇ ਗਏ ਹਨ। ਕਹੂੰ ਕਹੂੰ ਕਾਢਿਓ ਸਿਆਰਾ। ਮਹਾਰਾਜ ਦੀ ਮੌਜ ਹੈ। ਕਹਿੰਦੇ ਇਸ ਤਰ੍ਹਾਂ ਹਲ ਦੇ ਨਾਲ ਕੋਈ ਕਿਤੇ ਸਿਆੜ ਜਾ ਕੱਢ ਦਿੱਤਾ, ਕੋਈ ਕਿਤੇ ਸਿਆੜ ਜਾ ਕੱਢ ਮਾਰਿਆ ਹੈ। ਜਿਤੋ ਬੀਜ ਦੀਏ ਸਭ ਵਿਸਤਾਰਾ। ਜਿੰਨਾ ਕਿ 1.25 ਮਣ ਪਿਓ ਨੇ ਕਹਿੰਦੇ ਉਹ ਬੀਜ ਦਿੱਤਾ ਸੀ, ਸਾਰਾ ਹੀ ਉਹ ਖੇਤ ਵਿੱਚ ਖਿਲਾਰ ਦਿੱਤਾ, ਛਿੱਟਾ ਜਾ ਮਾਰ ਦਿੱਤਾ ਤੇ ਸਿਆੜ ਕਿਤੇ ਕਿਤੇ ਕੱਢਿਆ। ਭਈ ਸਾਂਝ ਆਏ ਨਿਜ ਸਦਨਾ। ਇਸ ਤਰ੍ਹਾਂ ਮਹਾਰਾਜ ਲੀਲਾ ਜੀ ਕਰਕੇ ਜਦੋਂ ਸ਼ਾਮ ਹੋ ਗਈ ਘਰ ਵੱਲ ਨੂੰ ਆ ਗਏ। ਕਾਲੂ ਪਰ ਫੁੱਲਤ ਪਿਖ ਬਦਨਾ। ਇਧਰ ਜਿਹੜਾ ਪਿਓ ਕਾਲੂ ਹੈ ਵੇਖ ਕੇ ਉਹਦਾ ਚਿਹਰਾ ਖਿੜਿਆ ਹੋਇਆ ਖੁਸ਼ ਹੈ, ਪੂਰਾ ਕੱਛਾ ਮਾਰਦਾ ਹੈ। ਸ੍ਰੀ ਗੁਰ ਘਰ ਮਹਿ ਬਰਕਤ ਭਾਰੀ। ਭਾਈ ਬਾਲਾ ਜੀ ਕਹਿੰਦੇ ਹੈ ਗੁਰੂ ਅੰਗਦ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੇ ਹੱਥਾਂ ਵਿੱਚ ਬੜੀ ਤਕੜੀ ਬਰਕਤ ਹੈ। ਕਿਹ ਮਿਹ ਸ਼ਕਤ ਸੋ ਕਰਹਿ ਉਚਾਰੀ। ਮੇਰੇ ਵਰਗੇ ਵਿੱਚ ਕਿਹਦੇ ਵਿੱਚ ਤਾਕਤ ਹੈ ਵੀ ਗੁਰੂ ਨਾਨਕ ਦੇ ਹੱਥਾਂ ਦੀ ਬਰਕਤ ਦੇ ਸੰਬੰਧ ਵਿੱਚ ਕੋਈ ਕਹਿ ਸਮੇਂ ਦੱਸ ਸਕੇ। ਦਿਵਸ ਤੀਸਰੇ ਭੀ ਸਭ ਜਾਈ। ਜਦੋਂ ਤੀਸਰਾ ਦਿਨ ਬੀਜੇ ਨੂੰ ਹੋਇਆ ਖੇਤ ਦੇ ਵਿੱਚ ਬੜੀ ਹਰਿਆਵਲਤਾ ਹੋ ਗਈ। ਜਨ ਅਵਨੀ ਨਿਜ ਆਨੰਦ ਜਨਾਈ। ਮਾਨੋ ਜਿਹੜੀ ਧਰਤੀ ਹੈ ਉਹ ਆਪਣਾ ਆਨੰਦ ਪ੍ਰਗਟ ਕਰਕੇ ਦੱਸ ਰਹੀ ਹੈ, ਦਿਖਾ ਰਹੀ ਹੈ। ਕਾਲੂ ਜਾਏ ਕ੍ਰਿਖੀ ਜਬ ਦੇਖੀ। ਇਧਰ ਪਿਤਾ ਕਾਲੂ ਨੇ ਜਾ ਕੇ ਜਿਹੜੀ ਉਹ ਖੇਤੀ ਜੀ ਬੀਜੀ ਹੈ ਉਹ ਦੇਖੀ ਜਾ ਕੇ। ਸਗਨ ਉਗੀ ਭਾ ਮੋਦ ਵਿਸੇਖੀ। ਸੰਗਣੀ ਉਗੀ ਖੜੋਤੀ ਹੈ, ਵੇਖ ਕੇ ਬੜਾ ਆਨੰਦ ਖੁਸ਼ ਹੋ ਗਿਆ ਹੈ। ਹੋਏ ਤਾਤ ਮਮ ਵੱਡ ਕ੍ਰਿਖ ਕਾਰਾ। ਕਹਿੰਦਾ ਵੀ ਇਹ ਪੁੱਤਰ ਨੇ ਬੀਜਿਆ ਖੇਤ ਤੋਂ ਦਿਸਦਾ ਮੇਰਾ ਪੁੱਤਰ ਬਹੁਤ ਕਹਿੰਦੇ ਬੜਾ ਖੇਤੀਕਾਰ ਹੋ, ਬੜਾ ਤਕੜਾ ਕਿਸਾਨ ਹੀ ਬਣੂਗਾ। ਜੰਬ ਸਾਏ ਇੱਕ ਗ੍ਰਾਮ ਨਿਰਾਰਾ। ਇਸ ਕਰਕੇ ਕਹਿੰਦੇ ਫਿਰ ਮੈਂ ਇਹਨੂੰ ਕਹਿੰਦੇ ਬਹੁਤੇ ਕਾਮੇ ਚ ਰੱਖ ਕੇ ਬਹੁਤੇ ਖੇਤ ਦੇ ਕੇ ਵੱਖਰਾ ਹੀ ਪਿੰਡ ਦਾ ਬਸਾ ਦਿਆਂਗਾ। ਨਿਪ ਜਾਵਨ ਧਨ ਅਨਕ ਵਿਧਨ ਸੋ। ਜਿਵੇਂ ਕਹਿੰਦੇ ਅਨੇਕਾਂ ਤਰੀਕਿਆਂ ਨਾਲ ਧਨ ਪੈਦਾ ਕਰੀਦਾ ਹੁੰਦਾ ਹੈ। ਆਇਓ ਕਰਤ ਚਿਤਵਨ ਨਿਜ ਮਨ ਸੋ। ਆਪਣੇ ਮਨ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਚਿਤਵਰੀਆਂ ਜੀਆਂ ਗੁੰਦਾ ਆਇਆ ਘਰ ਵੱਲ ਨੂੰ। ਸ੍ਰੀ ਗੁਰ ਨਾਨਕ ਹਿਰਦੇ ਵਿਚਾਰੀ। ਇਧਰ ਗੁਰੂ ਨਾਨਕ ਸਾਹਿਬ ਜੀ ਨੇ ਪਿਤਾ ਦੀ ਗੱਲ ਸੁਣ ਕੇ ਹਿਰਦੇ ਵਿੱਚ ਸੋਚਿਆ ਵਿਚਾਰਿਆ ਹੈ। ਧਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ। ਸਾਡੇ ਪਿਤਾ ਨੂੰ ਵੀ ਧਨ ਦੀ ਤਾਂ ਬਹੁਤ
ਬਹੁਤ ਹੀ ਤ੍ਰਿਸ਼ਨਾ ਹੈ ਵੀ ਇਹ ਕਰੋੜਾਂ ਰੁਪਈਆ ਇਕੱਠਾ ਕਰਕੇ ਇਸ ਪੁੱਤਰ ਦੇਵੇ ਮੈਨੂੰ। ਜਾਂ ਤੇ ਅਬ ਹੀ ਬਨਹਿ ਨਿਬੇਰੋ। ਮਹਾਰਾ ਵਿਚਾਰਦੇ ਆ, ਕਹਿੰਦੇ ਵੀ ਹੁਣ ਇਹਦੀ ਜਿਹੜੀ ਤ੍ਰਿਸ਼ਨਾ ਜੀ ਹੈ ਨਾ, ਇਹਦਾ ਫਾਹਾ ਵੱਢ ਦੇਣਾ ਚਾਹੀਦਾ ਹੈ। ਧਨ ਖਟਣੇ ਕੋ ਮਿਟਵੈ ਝੇਰੋ। ਇਹ ਧਨ ਖੱਟਣ ਵਾਸਤੇ ਕਹਿੰਦੇ ਝਗੜਾ ਕਰੂਗਾ ਵੀ ਹੁਣ ਇੰਨਾ ਲਿਆਂਦਾ, ਅਗਲੇ ਸਾਲ ਇੰਨਾ ਲਿਆ, ਇਕੱਠਾ ਕਰਕੇ ਹੁਣੇ ਮਿਟਾ ਦੇਣਾ ਚਾਹੀਦਾ ਝਗੜਾ ਝਾਂਜਾ। ਵੈਸੇ ਬਹੁਰ ਖੇਤ ਰਖਵਾਰੀ। ਇਸ ਤਰ੍ਹਾਂ ਦੀ ਵਿਚਾਰ ਕਰਕੇ ਗੁਰੂ ਮਹਾਰਾਜ ਖੇਤ ਦੀ ਰਾਖੀ ਕਰਨ ਲਈ ਬੈਠ ਗਏ ਕਬੰਨੇ। ਬਰਜਹ ਕਿਸ ਨਾ ਚਰਹਿ ਪਸ ਝਾਰੀ। ਜਿੰਨੇ ਸਮੂਹ ਪਸ਼ੂ ਆਈ ਜਾਣ, ਕਿਸੇ ਨੂੰ ਬਿਲਕੁਲ ਹੀ ਮਾਰਾ ਰੋਕਦੇ ਹੀ ਨਹੀਂ ਹੈ। ਰਾਸ਼ਬ ਬੜਵਾ ਗੋ ਮ੍ਰਿਗ ਬ੍ਰਿੰਦਾ। ਫੇਰ ਕੀ ਹੈ, ਕਹਿੰਦੇ ਗਧੇ ਵੀ ਆ ਵਿੱਚ ਬੜੇ, ਘੋੜੀਆਂ ਵੀ ਆ, ਗਊਆਂ ਵੀ, ਹਰਨ ਵੀ ਆ ਬੜੇ ਵਿੱਚ ਬਿਆਨ। ਚਰਤ ਖੇਤ ਰਹਿ ਬੈਸ ਆਨੰਦਾ। ਕਹਿੰਦੇ ਖੇਤ ਜਾ ਚਰ ਕੇ ਵਿੱਚੇ ਰਜਪੁਰ ਕੇ ਮੋਜ ਨਾ ਬੈਠ ਰਹਿੰਦੇ ਆ। ਦਿਨ ਦੋ ਇੱਕ ਮਹਿ ਦੀਨ ਨਬੇਰੀ। ਇੱਕ ਦੋ ਦਿਨਾਂ ਵਿੱਚ ਹੀ ਸਾਰਾ ਜਿਹੜਾ ਖੇਤ ਹੈ ਕਹਿੰਦੇ ਉਹ ਝਾੜ ਕੇ ਰੱਖ ਦਿੱਤਾ ਖਾ ਪੀ ਕੇ। ਇੱਕ ਨਾ ਬੂਟ ਜਹ ਸਗਨ ਕਨੇਰੀ। ਇੱਥੇ ਕਹਿੰਦੇ ਸੰਘਣੀ ਖੇਤੀ ਖੜੋਤੀ, ਉੱਥੇ ਇੱਕ ਬੂਟਾ ਵੀ ਨਹੀਂ ਹੁਣ ਦਿਸ ਰਿਹਾ ਹੈ। ਕਾਲੂ ਗਇਓ ਬਿਲੋਕਨ ਖੇਤ। ਇਹ ਦਰਸ਼ਤਾ ਕਾਲੂ ਜੀ ਜਦੋਂ 10-20 ਦਿਨਾਂ ਤੋਂ ਬਾਅਦ ਖੇਤ ਜਾ ਵੇਖਣ ਗਿਆ। ਟਿਗ ਬੈਠੇ ਬੇਦੀ ਕੁਲ ਕੇਤ। ਬੇਦੀਆਂ ਦੇ ਤੁਜਾਰੂ ਗੁਰੂ ਮਹਾਰਾਜ ਮੋਹਨਾ ਉੱਥੇ ਬੈਠੇ ਖੇਤ ਦੇ। ਫਿਰੈ ਕਿਦਾਰ ਮੱਧ ਪਸ ਬ੍ਰਿੰਦਾ। ਕਾਲੂ ਦੇਖ ਰਿਹਾ ਵੀ ਖੇਤ ਦੇ ਵਿੱਚ ਤਾਂ ਪਿੱਛੇ ਘੋੜੇ ਘੋੜੀਆਂ ਗਧੇ ਤੇ ਹਰਨ ਫਿਰੀ ਜਾਂਦੇ। ਕਿਸੇ ਨ ਬਰਜੈ ਆਨੰਦ ਕੰਦਾ। ਆਨੰਦ ਦੇ ਦਾਤੇ ਜਿਹੜੇ ਗੁਰੂ ਮਹਾਰਾਜ ਉਹ ਕਿਸੇ ਨੂੰ ਰੋਕ ਹੀ ਨਹੀਂ ਰਹੇ, ਕੱਢ ਹੀ ਨਹੀਂ ਰਹੇ। ਅਸ ਬਿਦ ਦੇਖ ਕ੍ਰੋਧ ਭਾ ਕਾਲੂ। ਇਸ ਤਰ੍ਹਾਂ ਦੇਖ ਕੇ ਕਾਲੂ ਜੀ ਨੂੰ ਤਾਂ ਬੜਾ ਗੁੱਸਾ ਚੜ ਗਿਆ। ਮੁਖ ਬੋਲਤ ਦੁਰਬਚਨ ਵਿਸਾਲੂ। ਆਪਣੇ ਮੁਖ ਤੋਂ ਬਹੁਤ ਹੀ ਭੈੜੇ ਬਚਨ ਬੋਲ ਰਿਹਾ। ਮੰਦ ਭਾਗ ਮੈਂ ਆਪਨ ਨਿਹਾਰਾ। ਮੈਂ ਤਾਂ ਆਪਣੇ ਸੰਸਾਰ ਦੇ ਵਿੱਚ ਬਹੁਤ ਮਾੜੇ ਭਾਗ ਦੇਖ ਰਿਹਾ। ਤੂੰ ਸੁਤ ਜਨਮਿਓ ਸਦਨ ਉਜਾਰਾ। ਉਹ ਕਹਿੰਦੇ ਗੁਰੂ ਨਾਨਕ ਪੁੱਤਰ ਜੰਮਿਆ ਮੇਰੇ ਘਰ ਨੂੰ ਉਜਾੜਨ ਵਾਲਾ। ਆਰ ਬਲਾ ਲਗ ਮਹਿ ਤਵ ਚਾਲੀ। ਜਦੋਂ ਤੇਰੀ ਛੋਟੀ ਉਮਰ ਸੀ ਉਦੋਂ ਤੇਰੀ ਇਹੋ ਜੀ ਚਾਲੀ ਹੈ ਸੀ। ਵਸਤ ਖੋਏ ਕੀ ਆਲੇ ਖਾਲੀ। ਵਸਤ ਖੋਏ ਕੀ ਆਲੇ ਖਾਲੀ। ਕਹਿੰਦੇ ਚੀਜ਼ਾਂ ਗਵਾ ਗਵਾ ਕੇ ਮੇਰਾ ਸਾਰਾ ਕਰਤੇ ਨੇ ਖਾਲੀ ਕਰ ਦਿੱਤਾ ਸੀ ਛੋਟੀ ਉਮਰੇ ਵੀ। ਉਚਿਤ ਕਬਾਵਰ ਅਬ ਭੀ ਬੈਸਾ। ਕਹਿੰਦੇ ਹੁਣ ਤੂੰ ਵੱਡਾ ਹੋਇਆ, ਹੁਣ ਤੂੰ ਕਮਾਉਣ ਦੇ ਯੋਗ ਤੇਰੀ ਉਮਰ ਹੋ ਗਈ ਸੀ। ਕਰਨ ਕੁਕਾਜ ਲੱਗੇ ਪੁੰਨ ਐਸਾ। ਵੀ ਕਹਿੰਦੇ ਇਸ ਤਰ੍ਹਾਂ ਦਾ ਤੁਸੀਂ ਖੋਟਾ ਕੰਮ ਮਾੜਾ ਕੰਮ ਕਰਨ ਲੱਗ ਪਏ ਹੋ। ਮੁਝ ਪਸਚਾਤ ਖਾਹੇ ਕ੍ਰਿਤ ਕਰ ਕੋ। ਦੱਸੋ ਪੁੱਤਰ, ਜਦੋਂ ਮੈਂ ਮਰ ਮੁਰ ਗਿਆ ਤੇ ਮੇਰੇ ਪਿੱਛੋਂ ਕੀ ਕਰਕੇ ਖਾਵੇਂ ਪੀਵੇਂਗਾ। ਰਲੈ ਫਕੀਰਨ ਸੋ ਤਜ ਕਰ ਕੋ। ਮੈਨੂੰ ਤਾਂ ਇਉਂ ਦਿਸਦਾ ਵੀ ਘਰ ਬਾਰ ਛੱਡ ਕੇ ਤੂੰ ਫਕੀਰਾਂ ਸਾਧਾਂ ਨਾਲ ਬਿਲਰਾਂ ਨਾਲ ਰਲ ਜੇਗਾ। ਹੇਰ ਹੇਰ ਕਹਿ ਵਾਕ ਕਠੋਰਾ। ਇਸ ਤਰ੍ਹਾਂ ਖੇਤ ਉਜੜਿਆ ਦੇਖ ਦੇਖ ਕੇ ਮਾਰਾ ਨੂੰ ਬੜੇ ਸਖਤ ਲਫ਼ਜ਼ ਕਹਿੰਦਾ ਪਿਓ। ਲਖ ਕੁਚਾਲ ਕੋ ਰੋਸ ਨ ਥੋਰਾ। ਹਾਂ, ਖੋਟਾ ਚਾਲਾ ਖੋਟੀ ਚਾਲ ਚਲ ਦੇਖ ਕੇ ਥੋੜਾ ਗੁੱਸਾ ਨਹੀਂ ਬਹੁਤਾ ਚੜਿਆ ਇਸ। ਤੁਝ ਜਨਮੇ ਤੇ ਕੋ ਗੁਣ ਮੋਹੀ। ਫਿਰ ਇੱਥੇ ਤੱਕ ਆ ਗਿਆ, ਕਹਿੰਦੇ ਤੇਰਾ ਪੈਦਾ ਹੋਣ ਕਰਕੇ ਭਲਾ ਮੈਨੂੰ ਕੀ ਕੋਈ ਗੁਣ ਹੋਇਆ, ਲਾਭ ਹੋਇਆ ਹੈ। ਜਾਂ ਤੇ ਭਲੋ ਰਹਿਤ ਮੈਂ ਯਾਹੀ। ਇਹ ਕਰਕੇ ਮੈਂ ਕਹਿੰਦੇ ਤੇਰੇ ਬਿਨਾ ਐਵੇਂ ਰਹਿੰਦਾ, ਕਹਿੰਦੇ ਐਵੇਂ ਹੀ ਚੰਗਾ ਸੀ ਪੁੱਤ ਤੋਂ ਬਗੈਰ। ਇੱਕ ਸਪੂਤ ਬਹੁ ਦਰਬ ਕਮਾਵੇ ਹੈ। ਇੱਕ ਚੰਗੇ ਸੁਪੁੱਤਰ ਹੁੰਦੇ ਆ, ਵੱਡੇ ਸਿਆਣੇ ਬਣ ਕੇ ਧਨ ਕਮਾਉਂਦੇ, ਧਨ ਇਕੱਠਾ ਕਰਕੇ ਲਿਆਉਂਦੇ, ਪਿਓ ਨੂੰ ਦਿੰਦੇ। ਤੂੰ ਅਸ ਭਾ ਜੋ ਬਾਦ ਗਵਾਵੇ ਕਹਿੰਦੇ ਹੈ। ਇਹੋ ਜਿਹਾ ਪੈਦਾ ਹੋ ਗਿਆ, ਜੰਮ ਗਿਆ, ਜਿਹੜਾ ਮੇਰਾ ਖੱਟਿਆ ਕਵਾਇਆ ਉਹਨੂੰ ਵੀ ਗਵਾਈ ਜਾਂਦਾ। ਜਾਏ ਨਗਰ ਪੁਨ ਦਿਜਬਰ ਸਦਨਾ। ਗੁੱਸੇ ਨਾਲ ਭਰਿਆ ਉਹ ਦਿਆਲ ਪੰਡਤ ਜੀ ਕਰਦੇ।
ਉਪਾਲੰਭ ਕੇ ਕਹਿ ਬਚ ਸਬਦਨਾ। ਲਾਂਭੇ ਦੇਣ ਵਾਲੇ ਬਸਨ ਜਿਹੜੇ ਉਹਨੂੰ ਲੱਗਿਆ ਫਿਰ ਦੇਣ ਕਹਿਣ। ਵੇਦ ਪੁਰਾਣ ਸਭੇ ਤੁਮ ਝੂਠੇ। ਉਹ ਸੁਣ ਲਾ ਲਿਆ ਤੇਰੇ ਜਿਹੜੇ ਵੇਦ ਪੁਰਾਣ ਇਹ ਸਭ ਝੂਠੇ ਮੂਠੇ ਹੀ ਹੈ। ਸੂਦੇ ਕਹੋ ਹੋਤ ਹੈ ਪੂਠੇ। ਪੁੱਤਰ ਦੇ ਸੰਬੰਧ ਵਿੱਚ ਬੜੇ ਸਿੱਧੇ ਬਚਨ ਕਹਿੰਦਾ ਸੀ, ਬੜੇ ਤੇਜ ਪ੍ਰਤਾਪ ਵਾਲਾ, ਬੜੇ ਛਤਰ ਝੁਲੇ, ਸਾਰੇ ਕਹਿੰਦੇ ਤੇਰੇ ਬਚਨ ਪੁੱਠੇ। ਕਿਦੋਂ ਨਾ ਤੁਮ ਤੇ ਜਾਤ ਵਿਚਾਰੇ। ਅਸਵਾ ਹਰਦਿਆਲ ਪੰਡਤਾ ਤੇਥੋਂ ਵੇਦ ਵਿਚਾਰ ਚੰਗੇ ਤਰ੍ਹਾਂ ਵਿਚਾਰੇ ਨਹੀਂ ਗਏ, ਪੜੇ ਨਹੀਂ ਗਏ। ਕਿਦੋਂ ਹਰਖ ਹਿਤ ਪਾਜ ਉਚਾਰੇ। ਜਾਂ ਕਹਿੰਦੇ ਮੈਨੂੰ ਖੁਸ਼ ਕਰਨ ਵਾਸਤੇ ਐਵੇਂ ਝੂਠ ਬੋਲਤਾ ਤੂੰ। ਭਲੀ ਛਤਰ ਕੀ ਦੀਨ ਵਡਾਈ। ਚੰਗਾ ਤੂੰ ਕਹਿੰਦਾ ਸੀ ਮੇਰੇ ਸਿਰ ਤੇ ਛਤਰ ਝੂਲਣਗੇ, ਪ੍ਰਤਾਪ ਚੰਗੀ ਮੈਨੂੰ ਛਤਰ ਝੂਲਣ ਦੀ ਤੂੰ ਵਡਿਆਈ ਦਿੱਤੀ ਹੈ। ਪੂਰਬ ਐਸ਼ਵਰਜ ਜਾਸ ਘਟਾਈ। ਜਿਸ ਗੁਰੂ ਨਾਨਕ ਨੇ ਪੈਦਾ ਹੋ ਕੇ ਮੇਰਾ ਘਰ ਦਾ ਪਹਿਲਾ ਵੀ ਧਨਵਾਰ ਸਾਰਾ ਨਾਸ਼ ਕਰ ਸਟਿਆ, ਗਵਾ ਦਿੱਤਾ। ਆਪ ਬੀਜਿਓ ਸਭ ਖੇਤ ਨਿਪਾਤੂ। ਜਿਹਨੂੰ ਕਹਿੰਦਾ ਵੀ ਛਤਰ ਝੂਲਣਗੇ, ਕਹਿੰਦੇ ਉਹਨੇ ਆ ਖੇਤ ਬੀਜਿਆ ਸੀ ਆਪਣਾ ਵੱਖਰਾ। ਪਸ ਚਰਵਾਏ ਨਕੀਨੀ ਤਰਾਤੂ। ਸੁਣ ਲੈ ਇਹਦੀ ਗੱਲ, ਕਹਿੰਦੇ ਸਾਰਾ ਕਹਿੰਦੇ ਪਸ਼ੂਆਂ ਨੂੰ ਚਰਾ ਦਿੱਤਾ, ਉਹਦੀ ਮਾੜੀ ਮੋਟੀ ਵੀ ਇਹਨੇ ਰੱਖਿਆ ਨਹੀਂ ਕੀਤੀ ਹੈ। ਜਬ ਕੋ ਜਨਮਿਓ ਇਨ ਸੁਧ ਲੀਨੀ। ਉਹ ਹਰਦਿਆਲ ਸੁਣ ਲਿਆ, ਜਦੋਂ ਤੋਂ ਇਹ ਪੈਦਾ ਹੋਇਆ, ਜਦੋਂ ਇਹਨੇ ਮਾੜੀ ਮੋਟੀ ਹੋਸ਼ ਸੰਭਾਲੀ ਹੈ। ਧਨ ਖੱਟਣ ਕੀ ਕ੍ਰਿਤ ਨਕੀਨੀ। ਕਹਿੰਦੇ ਵੀ ਧਨ ਖੱਟ ਕੇ ਲਿਆਏ, ਉਹੋ ਜਿਹਾ ਮਾੜਾ ਮੋਟਾ ਵੀ ਇਹਨੇ ਕੰਮ ਨਹੀਂ ਕੀਤਾ। ਖੋਇਓ ਸੰਚਿਓ ਪੂਰਬ ਮੇਰੋ। ਜਿਹੜਾ ਮੈਂ ਪਹਿਲਾਂ ਧਨ ਖੱਟਿਆ ਕਮਾਇਆ ਸੀ, ਉਹ ਇਹਨੇ ਗਵਾ ਜ਼ਰੂਰ ਦਿੱਤਾ ਬੇਅੰਤ। ਜਾਂ ਤੇ ਬਿਫਲ ਭਇਓ ਬਚ ਤੇਰੋ। ਇਸ ਕਰਕੇ ਜਿਹੜਾ ਜੋਸ਼ ਲਾ ਕੇ ਇਹਨਾਂ ਦੇ ਸੰਬੰਧ ਵਿੱਚ ਤੂੰ ਬਚਨ ਕਹਿੰਦਾ, ਉਹ ਸਭ ਨਿਸ਼ਫਲ ਹੋ ਗਿਆ, ਸਭ ਝੂਠਾ ਹੋ ਗਿਆ ਹੈ। ਬੋਲਿਓ ਬਚਨ ਵਿਪਰ ਪਰ ਬੀਨਾ। ਇਹ ਸਿਆਣਾ ਸੀ ਪੰਡਤ, ਸੁਣ ਕੇ ਬੋਲਿਆ ਕਾਲੂ ਨੂੰ। ਜਿਹ ਮਨ ਸ੍ਰੀ ਨਾਨਕ ਜਸ ਲੀਨਾ। ਜਿਸ ਦਾ ਮਨ ਗੁਰੂ ਨਾਨਕ ਸਾਹਿਬ ਦੇ ਜਸ ਵਿੱਚ ਲੀਨ ਹੋਇਆ ਪਿਆ ਸੀ। ਸੁਨ ਕਾਲੂ ਤੂੰ ਮੂਲਹ ਭੂਲਾ। ਉਸ ਵੇਲੇ ਹਰਦਿਆਲ ਕਹਿਣ ਲੱਗਿਆ, ਸੁਣ ਕਾਲੂ ਤੂੰ ਤਾਂ ਮੁੱਢੋਂ ਹੀ ਭੁੱਲਿਆ ਪਿਆ। ਸੁਤ ਸੁਸ਼ੀਲ ਤੇ ਨਿਤ ਪ੍ਰਤਕੂਲਾ। ਜਿਹੜਾ ਤੇਰੇ ਘਰ ਪੁੱਤਰ ਪੈਦਾ ਬੜਾ ਚੰਗੇ ਸੀ ਸੁਭਾਅ ਵਾਲਾ ਹੈ, ਤੇ ਤੂੰ ਉਹ ਤਾਂ ਹਮੇਸ਼ਾ ਉਲਟੀ ਚੱਲਦਾ, ਪੁੱਠਾ ਹੀ ਬੋਲਦਾ। ਬਾਰ ਬਾਰ ਮੈਂ ਤੁਝ ਸਮਝਾਵਾਂ। ਦੇਖ ਲਾ ਘਰ ਵਿੱਚ ਆ ਕੇ ਤੈਨੂੰ ਬਾਰ ਬਾਰ ਸਮਝਾਇਆ। ਜਗਤ ਉਦਾਹਰਨ ਹਿਤ ਇਹ ਆਇਓ। ਇਹ ਜਿਹੜਾ ਤੇਰਾ ਪੁੱਤਰ ਹੈ ਸੰਸਾਰ ਦੇ ਲੋਕਾਂ ਦਾ ਉਧਾਰ ਕਰਨ ਵਾਸਤੇ ਆਇਆ। ਭਗਵਤ ਗੀਤਾ ਸਾਰ ਵਿਚਾਰਾ। ਦੇਖ ਲਾ ਵੀ ਤੂੰ ਦੇਖਿਆ ਹੀ ਹੈ ਨਾ, ਜਦੋਂ ਤੂੰ ਬਾਹਰ ਗਿਆ ਸੀ ਬੱਚਿਆਂ ਵਿੱਚ ਬੈਠਿਆ ਹੋਇਆ, ਜਿਹੜੀ ਉਹ ਭਗਵਤ ਗੀਤਾ ਦਾ ਸਾਰ ਸਿਧਾਂਤ ਉਹਨੂੰ ਵਿਚਾਰ ਕੇ ਨੇ ਸੁਣਾ ਦਿੱਤਾ ਸੀ। ਉਹ ਭਗਵਤ ਗੀਤਾ ਦੇ ਜਿਹੜੇ 7 ਸ਼ਲੋਕ ਹੈ, ਉਹਨਾਂ ਵਿੱਚ ਸਾਰੇ ਗੀਤਾ ਦਾ ਸਾਰ ਸਿਧਾਂਤ ਕਥਨ ਕੀਤਾ। ਉਹਨੂੰ ਸਭ ਸ਼ਲੋਕੀ ਗੀਤਾ ਕਿਹਾ ਜਾਂਦਾ ਹੈ। ਉਹ ਸਾਰੇ ਗੀਤਾ ਦੇ ਵਿੱਚੋਂ 7 ਸ਼ਲੋਕ ਵਿਸ਼ੇਸ਼ ਕਰਕੇ ਉਹ ਕੱਢੇ ਹੋਏ ਆ ਸਿਧਾਂਤਮਈ, ਜਿਸ ਕਰਕੇ ਉਹ 7 ਸ਼ਲੋਕਾਂ ਦਾ ਸਭ ਸ਼ਲੋਕੀ ਗੀਤਾ ਹੈ। ਉਹ 8ਵੇਂ ਅਧਿਆਇ ਵਿੱਚ 9ਵਾਂ ਸ਼ਲੋਕ ਹੈ, ਤੇ 8ਵੇਂ ਅਧਿਆਇ ਵਿੱਚ ਗੀਤਾ ਦਾ 13ਵਾਂ ਸ਼ਲੋਕ ਹੈ, ਤੇ 9ਵੇਂ ਅਧਿਆਇ ਵਿੱਚ 34ਵਾਂ ਸ਼ਲੋਕ ਹੈ, ਤੇ 11ਵੇਂ ਵਿੱਚ 36ਵਾਂ ਸ਼ਲੋਕ ਹੈ, 13ਵੇਂ ਅਧਿਆਇ ਵਿੱਚ 14ਵਾਂ ਸ਼ਲੋਕ, 15ਵੇਂ ਅਧਿਆਇ ਵਿੱਚ ਪਹਿਲਾ ਸ਼ਲੋਕ, ਤੇ 15ਵੇਂ ਸ਼ਲੋਕ ਵਿੱਚ 15ਵਾਂ ਸ਼ਲੋਕ ਹੈ। ਇਹ ਹੈ 7 ਸ਼ਲੋਕ ਗੀਤਾ ਦੇ ਜਿਹੜੇ ਸਾਰ ਸਿਧਾਂਤਮਈ ਹੈ, ਸਿਧਾਂਤਮਈ ਸ਼ਲੋਕ, ਇਹਨੂੰ ਸਭ ਸ਼ਲੋਕੀ ਗੀਤਾ ਕਹਿੰਦੇ। ਉਹ ਹਰਦਿਆਲ ਕਹਿੰਦਾ ਵੀ ਤੈਨੂੰ ਸੁਣਾਈ ਦਿੱਤਾ ਸੀ ਜਿਹੜਾ ਭਗਵਦ ਗੀਤਾ ਦਾ ਸਾਰ ਸਿਧਾਂਤ ਸੀ, ਯਾਨੀ 7 ਸ਼ਲੋਕਾਂ ਦਾ ਸਾਰ ਸਿਧਾਂਤ ਜਿਹੜਾ ਸਾਰੀ ਭਗਵਦ ਗੀਤਾ ਦਾ ਸਾਰ ਹੈ, ਤੈਨੂੰ ਕਹਿੰਦੇ ਇਹਨਾਂ ਨੇ ਸੁਣਾ ਦਿੱਤਾ ਸੀ। ਕਰੈ ਪੜੈ ਬਿਨ ਸ਼ਬਦ ਉਚਾਰਾ। ਫਿਰ ਹੁਣ ਤੂੰ ਦੇਖ, ਇਹਨਾਂ ਨੇ ਵਿਦਿਆ ਕੋਈ ਪੜ੍ਹੀ ਨਹੀਂ, ਵਿਦਿਆ ਪੜ੍ਹੇ ਤੋਂ ਗੁਰਬਾਣੀ ਦੇ ਸ਼ਬਦ ਉਚਾਰਨ ਕਰੀ ਜਾਂਦੇ ਐ। ਜਿਨ ਮੋਕੋ ਸ਼ੁਭ ਦੀਨੋ ਗਿਆਨਾ। ਦੇਖ ਲਾ ਜੋ ਜਨੇਊ ਪਾਉਣ ਦੇ ਬਹਾਨੇ ਜਿਨ੍ਹਾਂ ਨੇ ਮੈਨੂੰ ਬੜਾ ਚੰਗਾ ਬ੍ਰਹਮ ਗਿਆਨ ਦੇ ਦਿੱਤਾ ਹੈ। ਜਿਹ ਬਚ ਸੁਨ ਮਨ ਠਹਿਰਾਨਾ। ਉਹ ਕਾਲੂ ਜਿਸ ਗੁਰੂ ਨਾਨਕ ਦੇ ਬਚਨਾਂ ਨੂੰ ਸੁਣ ਕੇ ਜਿਹੜਾ
ਮੇਰਾ ਮਨ ਹੀ ਨਾ ਟਿਕਦਾ ਸੀ, ਉਹ ਬਿਲਕੁਲ ਟਿਕ ਗਿਆ, ਕਿਧਰੇ ਨਹੀਂ ਜਾਂਦਾ ਹੈ। ਲੋਕ ਉਦਾਹਰਨ ਕਰਹਿ ਅਨੇਕੂ, ਇਹ ਜਿਹੜੇ ਤੇਰੇ ਸਪੁੱਤਰ ਗੁਰੂ ਨਾਨਕ ਇੱਕ ਮੈਂ ਕੀਏ ਤਾਂ ਅਨੇਕਾਂ ਲੋਕਾਂ ਦਾ ਉਧਾਰ ਕਰੇਗਾ। ਜਪ ਹੈ ਜਾਪ ਜੋ ਪਾਏ ਵਿਵੇਕੂ, ਇਹਨਾਂ ਦਾ ਬਖਸ਼ਿਆ ਹੋਇਆ ਜਿਹੜਾ ਵਾਹਿਗੁਰੂ ਜਾਪ ਹੈ, ਜਿਹੜਾ ਜਪੇਗਾ ਉਹ ਜੀਵ ਈਸ਼ਰੀ ਏਕਤਾ ਦਾ ਵਿਚਾਰ ਗਿਆਨ ਪਾਵੇਗਾ। ਮੁਝ ਕੋ ਦੀਸਤ ਵਿਸ਼ਨ ਸਮਾਨਾ, ਉਹ ਕਾਲੂ ਇਹ ਗੁਰੂ ਨਾਨਕ ਸਾਹਿਬ ਤਾਂ ਮੈਨੂੰ ਵਿਸ਼ਨੂੰ ਭਗਵਾਨ ਦੇ ਵਾਂਗ ਦਿਸ ਰਹੇ। ਕਲਾਵਾਨ ਸਭ ਸੁਭ ਗੁਣ ਖਾਨਾ, ਬੜੀਆਂ ਸ਼ਕਤੀਆਂ ਵਾਲੇ ਹੈ, ਬੜੇ ਚਾਰੇ ਸਾਰੇ ਚੰਗੇ ਗੁਣਾਂ ਦੀ ਇਹ ਖਾਣ ਹੈ। ਵਿਪਰ ਬਚਨ ਸੁਨ ਕਰ ਤਬ ਕਾਲੂ, ਹਰਦਿਆਲ ਬ੍ਰਾਹਮਣ ਦੇ ਬਚਨਾਂ ਨੂੰ ਸੁਣ ਕੇ ਤਦੋਂ ਕਾਲੂ ਜੀ ਨੇ ਸਦਨ ਹੈ ਆਇਓ ਰੋਸ ਵਿਸਾਲੂ, ਬਹੁਤ ਗੁੱਸੇ ਵਿੱਚ ਭਰਿਆ ਘਰ ਵੱਲ ਨੂੰ ਆ ਗਿਆ। ਤੇ ਪਾਛੇ ਸ੍ਰੀ ਗੁਰ ਜਗਤੇਸ਼ਾ, ਜਦੋਂ ਘਰ ਵੱਲ ਨੂੰ ਚਲਿਆ ਗਿਆ ਉਸ ਤੋਂ ਬਾਅਦ ਵੀ ਜਗ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਰਹਿਤ ਉਦਾਸ ਦੁਰਾਏ ਵੇਸਾ, ਬਾਹਰ ਖੇਤ ਵਿੱਚ ਜਾਂਦੇ ਹੀ ਨਹੀਂ ਹੈ। ਆਪਣਾ ਜਿਹੜਾ ਸਰੂਪ ਨੂੰ ਲੁਕਾ ਛਪਾ ਕੇ ਨਾ ਤੇ ਉਪਰਾਮ ਜੇ ਹੋ ਰਹਿੰਦੇ। ਕੋ ਕਲਾਵਾਨ ਕਰ ਕਹੀ, ਕੋਈ ਜਿਹੜਾ ਸਿਆਣਾ ਪੁਰਸ਼ ਹੈ ਉਹ ਕਹਿੰਦੇ ਵੀ ਇਹ ਗੁਰੂ ਨਾਨਕ ਸਾਹਿਬ ਬਹੁਤ ਕਲਾਵਾਨ ਪੁਰਸ਼ ਹੈ। ਜੋ ਸਤ ਸੰਗੀ ਮਾਨਵ ਅਹੈ, ਉਹ ਇਉਂ ਕਹਿੰਦਾ ਜਿਹੜਾ ਕੋਈ ਕਹਿੰਦੇ ਮਨੁੱਖ ਸਾਧ ਸੰਗਤ ਕਰਨ ਵਾਲਾ, ਸਤ ਸੰਗਤ ਵੀ ਜਾਣ ਵਾਲਾ, ਉਹ ਕਹਿੰਦੇ ਵੀ ਇਹ ਗੁਰੂ ਨਾਨਕ ਕੋਈ ਕਲਾਵਾਨ ਸ਼ਕਤੀ ਵਾਲਾ ਮਹਾਨ ਹੈ। ਨਰ ਮਤ ਮੰਦ ਨ ਲਖ ਸੁਖ ਕੰਦਾ, ਜਿਹੜੇ ਕੋਈ ਭੈੜੀ ਮਤ ਵਾਲੇ ਮਨੁੱਖ ਹੈ ਉਹ ਤਾਂ ਮਹਾਰਾਜ ਦੀ ਕੋਈ ਮਹਿਮਾ ਜਾਣ ਨਹੀਂ ਸਕਦੇ ਹਨ। ਨਹ ਜਾਣਹਿ ਇਹ ਰੂਪ ਮੁਕੰਦਾ, ਨਹੀਂ ਜਾਣਦੇ ਵੀ ਇਹ ਤਾਂ ਜਿਹੜਾ ਮੁਕਤੀ ਦਾਤਾ ਵਾਹਿਗੁਰੂ ਹੈ ਉਹਦਾ ਸਰੂਪ ਹਨ। ਵਹਿਰ ਨਗਰ ਤੇ ਬਿਪਟ ਜੋ ਦੂਰਾ, ਨਗਰ ਤੋਂ ਬਾਹਰ ਜਿਹੜਾ ਕੋਈ ਦੂਰ ਦਰਖਤ ਹੈ, ਵਾਸੁਰ ਬੈਸੈ ਹੈ ਤਹ ਜਗ ਮੂਰਾ, ਸੰਸਾਰ ਦੇ ਮੁੱਢ ਰੂਪ ਕਾਰਨ ਰੂਪ ਉਸ ਦਰਖਤ ਦੇ ਹੇਠ ਸਾਰਾ ਦਿਨ ਬੈਠੇ ਰਹਿੰਦੇ। ਕਾਲ ਬਿਤਾਵਹਿ ਰਹਿਤ ਇਕਾਕੀ, ਉਹ ਕਹਿੰਦੇ ਸਾਰਿਆਂ ਤੋਂ ਇਕਾਂਤ ਹੋ ਕੇ ਵੱਖਰਿਆਂ ਹੋ ਕੇ ਸਮਾਂ ਬਤੀਤ ਕਰਦੇ। ਬੋਲਨ ਮਿਲਨ ਨ ਲੈ ਸੁਧ ਕਾਕੀ, ਨਾ ਕਿਸੇ ਨਾਲ ਕੋਈ ਬੋਲਣਾ ਕਰਦੇ, ਨਾ ਮਿਲਣਾ ਕਰਦੇ, ਨਾ ਕਿਸੇ ਦੀ ਕੋਈ ਸੁੱਖ ਦੁੱਖ ਦੀ ਖੈਰ ਸੁਖ ਲੈਂਦੇ ਹਨ। ਏਕ ਦਿਵਸ ਪਾਦ ਪਦਲ ਸੁੰਦਰ, ਇੱਕ ਦਿਨ ਦੀ ਗੱਲ ਹੈ ਜਿਹੜਾ ਦਰਖਤ ਦੇ ਸੋਹਣੇ ਪੱਤਰੇ ਹਨ, ਸਗਨ ਛਾਉ ਬੈਠੇ ਗੁਣ ਮੰਦਰ, ਇਸ ਦਰਖਤ ਦੀ ਸੰਘਣੀ ਛਾਇਆ ਉਹਦੇ ਹੇਠ ਗੁਣਾਂ ਦੇ ਘਰ ਸਤਿਗੁਰੂ ਬੈਠ ਗਏ। ਜਬ ਦਿਨ ਕੇ ਜੁਗ ਜਾਮ ਬਿਤਾਏ, ਇਸ ਤਰ੍ਹਾਂ ਦਰਖਤ ਦੇ ਹੇਠਾਂ ਬੈਠਿਆਂ ਦਿਨ ਦੇ 2 ਪਹਿਰ ਬੀਤੇ, 3 ਘੰਟੇ 6 ਘੰਟੇ ਲੰਘੇ ਹਨ। ਦੁਖ ਮੋਚਨ ਲੋਚਨ ਅਲਸਾਏ, ਜਿਹੜੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਉਹਨਾਂ ਦੇ ਨੇਤਰ ਆਲਸਰ ਜੇ ਹੋ ਗਏ ਹਨ। ਸੁੰਦਰ ਬਸਤਰ ਵਿਛਾਏ ਵਿਛਾਉਣਾ, ਦਰਖਤ ਦੇ ਹੇਠ ਹੀ ਕਹਿੰਦੇ ਸੋਹਣੇ ਬਸਤਰ ਦਾ ਵਿਛਾਉਣਾ ਜਾਂ ਵਿਛਾ ਕੇ, ਪੌਡੇ ਪੁਨ ਅਨਕੰ ਪਾਪਉਨਾ, ਜੋ ਕਿਰਪਾ ਦੇ ਘਰ ਸਤਿਗੁਰੂ ਉਹ ਬਸਤਰ ਦੇ ਉੱਪਰ ਲੇਟ ਗਏ ਹਨ। ਦੋਏ ਮੁਹੂਰਤ ਜਬ ਹੈ ਬਿਤਾਵਾ, ਜਦੋਂ ਕਹਿੰਦੇ ਇਸ ਤਰ੍ਹਾਂ ਲੇਟਿਆ ਹੋਇਆ ਪਿਆ 2 ਮੁਹੂਰਤ 4 ਘੜੀਆਂ ਦਾ ਸਮਾਂ ਬਿਤਾਇਆ, ਯਾਨੀ 1 ਘੰਟਾ 36 ਮਿੰਟ ਬਰਾਜਿਆਂ ਹੋ ਗਏ ਹਨ। ਚੱਲ ਬੁਲਾਰ ਤੇ ਮਾਰਗ ਆਵਾ, ਉਸੇ ਰਸਤੇ ਚਲਦਾ ਚਲਾਂਦਾ ਰਾਏ ਬੁਲਾਰ ਆ ਗਿਆ ਹੈ। ਵੇਖ ਅਚੰਭੋ ਮਨ ਵਿਸਮਾਨਾ, ਕਹਿੰਦੇ ਅਚੰਭਾ ਦੇਖ ਕੇ ਮਨ ਵਿੱਚ ਅਚਰਜ ਹੀ ਹੋ ਗਿਆ ਹੈ। ਸ਼ੋਰ ਵਿਹੀਨ ਭਇਓ ਠਹਿਰਾਨਾ, ਸ਼ੋਰ ਸ਼ਰਾਬੇ ਰੌਲੇ ਰੱਪੇ ਤੋਂ ਬਿਨਾਂ ਆ ਕੇ ਨੇੜੇ ਠਹਿਰ ਗਿਆ, ਟਿਕ ਗਿਆ ਹੈ। ਨਿਜ ਸੰਗੀ ਸੋ ਬਚਨ ਅਲਾਵਾ, ਰਾਏ ਬੁਲਾਰ ਦੇ ਨਾਲ ਜਿਹੜੇ ਸੰਗੀ ਸਾਥੀ ਆ ਰਹੇ ਉਹਨਾਂ ਦੇ ਸਾਥਿਓ ਬਚਨ ਕਿਹਾ ਇਸ ਨੇ। ਦੇਖੋ ਅਚਰਜ ਇਹੋ ਸੁਹਾਵਾ, ਆ ਸਾਹਮਣੇ ਤੱਕੋ ਕਿਵੇਂ ਕਹਿੰਦੇ ਚਰਜੀਆ ਚਰਿਤਾ ਸੋ ਰਹੀ ਹੈ। ਸੁੰਦਰ ਸੁਖ ਮੰਦਰ ਸੁਤ ਕਾਲੂ, ਇਹ ਜਿਹੜੇ ਕਾਲੂ ਜੀ ਦੇ
ਕਹਿੰਦੇ ਸੁਖਾਂ ਦੇ ਘਰ ਸੁੰਦਰ ਸੁਪੁੱਤਰ ਹਨ। ਸੋਇਓ ਅਜਮਤ ਜਾਤ ਜਾਸ ਵਿਸਾਲੂ। ਕਹਿੰਦੇ ਜਿਨ੍ਹਾਂ ਵਿੱਚ ਬੜੀ ਮਹਾਨ ਤਾਕਤ ਹੈ ਉਹ ਕਹਿੰਦੇ ਸੁੱਤੇ ਪਏ। ਢਰਗਾ ਸਭ ਪਾਦਰ ਪਰ ਛਾਵਾਂ। ਕਹਿੰਦੇ ਬਾਕੀ ਇਧਰ ਜਿੰਨੇ ਦਰਖਤ ਤੁਸੀਂ ਦੇਖੋ ਝਾਤੀ ਮਾਰ ਕੇ ਸਾਰਿਆਂ ਦਾ ਪਰਛਾਵਾਂ ਟਲ ਗਿਆ ਹੈ। ਨਹੀਂ ਢਰਿਓ ਜਹ ਇਨ ਸੁਖ ਪਾਵਾ। ਜੇ ਦਰਖਤ ਦੇ ਹੇਠ ਪਏ ਕਹਿੰਦੇ ਉਹ ਦਰਖਤ ਦਾ ਪਰਛਾਵਾਂ ਨਹੀਂ ਟਲਿਆ ਹੈ। ਨਿਸਚੈ ਕਲਾਵਾਨ ਅਵਤਾਰਾ। ਸਾਥੀਆਂ ਨੂੰ ਕਹਿੰਦਾ ਵੀ ਇਹ ਕਾਲੂ ਦਾ ਸੁਪੁੱਤਰ ਗੁਰੂ ਨਾਨਕ ਮੈਨੂੰ ਤਾਂ ਭਰੋਸਾ ਹੈ ਪੂਰਾ ਕਲਾ ਵਾਲਾ ਕੋਈ ਪੁਰਸ਼ ਹੈ। ਰਹਿਤ ਦੁਰਾਏ ਆਪਨ ਪਉ ਸਾਰਾ। ਆਪਣਾ ਜਿਹੜਾ ਕਹਿੰਦੇ ਜਿਹੜਾ ਸਾਰ ਕੀ ਅਸਲੀਅਤ ਪਣਾ ਹੈ ਵੀ ਮੈਂ ਕੌਣ ਹੈ ਖੁਦਾ ਹਾਂ ਕਿ ਹੋਰ ਹੈ ਕਹਿੰਦੇ ਉਸ ਨੂੰ ਆਪਣੇ ਆਪ ਨੂੰ ਲੁਕੋ ਕੇ ਰੱਖਦੇ ਹਨ। ਪਾਵਕ ਬੀਚ ਭਸਮ ਕੋ ਕੇ ਜੈਸੇ। ਇਹ ਤਾਂ ਜਿਵੇਂ ਅੱਗ ਸਵਾਹ ਦੇ ਵਿੱਚ ਅੱਗ ਹੁੰਦੀ ਹੈ ਨਾ ਅੰਦਰੇ ਅੰਦਰੀ ਤੱਕ ਰਹੀ ਹੁੰਦੀ ਹੈ। ਤੇਜ ਨ ਲਖਿਓ ਪਰਤ ਹੈ ਕੈਸੇ। ਸਵਾਹ ਦੇ ਵਿੱਚ ਅੱਗ ਹੁੰਦੀ ਉਹਦਾ ਜਿਹੜਾ ਤੇਜ ਹੈ ਨਾ ਗਰਮੈਸ਼ ਪੁਣਾ ਹੈ ਸਾੜ ਸ਼ਕਤੀ ਉਹ ਜਾਣੀ ਨਹੀਂ ਜਾਂਦੀ ਹੁੰਦੀ ਕਿਸੇ ਤਰ੍ਹਾਂ। ਪਰ ਜੇ ਲਖਣ ਹਾਰ ਹੋਏ ਕੋ। ਜਿਹੜੇ ਕੋਈ ਅੱਗ ਨੂੰ ਜਾਣਨ ਵਾਲੇ ਹੁੰਦੇ ਵੀ ਇਹ ਸਵਾਹ ਦੇ ਵਿੱਚ ਅੱਗ ਹੈਗੀ ਹੈ ਤਿਹ ਨਿਕਾਸ ਸੀਤਹਿ ਖੁਐ ਸੋ। ਉਹ ਕਹਿੰਦੇ ਅੱਗ ਨੂੰ ਪ੍ਰਗਟ ਕਰਕੇ ਆਪਣੀ ਠੰਡ ਜੀ ਲਾ ਲੈਂਦੇ ਆ। ਤੋ ਇਸ ਕੀ ਸੇਵਾ ਜੋ ਕਰਈ। ਇਸੇ ਤਰ੍ਹਾਂ ਜਿਹੜੇ ਗੁਰੂ ਨਾਨਕ ਸਾਹਿਬ ਹੈ ਅਗਨੀ ਬਾਤ ਇਹਨਾਂ ਦੀ ਜਿਹੜੀ ਸੇਵਾ ਕੋਈ ਕਰੇਗਾ ਇਹਨਾਂ ਦੇ ਨੇੜੇ ਹੋਵੇਗਾ। ਜਨਮ ਮਰਨ ਤਿਹ ਇਉ ਨਹਿ ਟਰਈ। ਤਿਹ ਕਿਉ ਨਹਿ ਟਰਈ। ਜੰਮਣ ਮਰਨ ਦਾ ਦੁੱਖ ਜਿਹੜਾ ਉਹਦਾ ਕਿਉਂ ਨਹੀਂ ਟਲੇਗਾ ਕਿਉਂ ਨਹੀਂ ਦੂਰ ਹੋਵੇਗਾ ਭਲਾ। ਆਗੇ ਬਿਦ ਇੱਕ ਅਚਰਜ ਦੇਖੀ। ਅੱਗੇ ਵੀ ਇਸ ਤਰ੍ਹਾਂ ਦੀ ਇੱਕ ਕਹਿੰਦੇ ਜਿਹੜੀ ਇਹਨਾਂ ਦੀ ਸ਼ਕਤੀ ਇੱਕ ਤਰੀਕਾ ਦੇਖਿਆ ਸੀ। ਸਰਪ ਛਾਉ ਕੀ ਪ੍ਰੀਤ ਵਿਸੇਖੀ। ਇਹ ਜਿਹੜਾ ਸੱਪ ਹੈ ਨਾ ਫਣ ਜਾ ਫਲਾ ਕੇ ਬੜੀ ਪ੍ਰੀਤੀ ਨਾਲ ਇਹਨਾਂ ਦੇ ਮੁਖੋਂ ਪਰ ਛਾਇਆ ਕੀਤੀ ਮੈਂ ਦੇਖੀ ਹੈ। ਅਸਥਿਰ ਰਹੀ ਤਰੋਵਰ ਛਾਇਆ। ਅੱਜ ਕਹਿੰਦੇ ਹੁਣ ਦੇਖੋ ਆ ਜਿਹੜਾ ਦਰਖਤ ਹੈ ਇਹਦੀ ਜਿਹੜੀ ਛਾਇਆ ਹੈ ਉਹ ਇਸਟਕਰੀ ਉਹਦਾ ਪਰਛਾਵਾਂ ਟਲਿਆ ਨਹੀਂ। ਅਚਰਜ ਹੀ ਜੁਗ ਬਾਰ ਲਖਾਇਆ। ਇਹ ਦੋ ਵਾਰੀ ਕਹਿੰਦੇ ਚਰਜੀ ਕੌਤਕ ਮੈਂ ਕਹਿੰਦੇ ਜਾਣਿਆ ਦੇਖਿਆ ਹੈ। ਅਸ ਕਹਿ ਬੰਦੇ ਦੋਨੋਂ ਹਾਥਾ। ਇਸ ਤਰ੍ਹਾਂ ਆਪਣੇ ਸੰਗੀਆਂ ਸਾਥੀਆਂ ਨੂੰ ਕਹਿ ਕੇ ਰਾਏ ਬੁਲਾਰ ਨੇ ਦੋਵੇਂ ਹੱਥ ਜੋੜੇ। ਬੰਦਨ ਕੀਏ ਧਰ ਕੈ ਧਰ ਮਾਥਾ। ਉੱਚੇ ਧਰਤੀ ਉੱਪਰ ਸਤਿਕਾਰ ਨਾਲ ਮੱਥਾ ਰੱਖ ਕੇ ਤੇ ਗੁਰੂ ਨਾਨਕ ਸਾਹਿਬ ਨੂੰ ਸ਼ਰਧਾ ਨਾਲ ਮੱਥਾ ਟੇਕਿਆ ਹੈ। ਹਟਿਓ ਦੂਰ ਤੇ ਸ਼ਰਧਾ ਧਾਰੀ। ਮਹਾਰਾਜ ਦੇ ਨੇੜੇ ਨਹੀਂ ਗਿਆ ਸ਼ਰਧਾ ਧਾਰ ਕੇ ਉੱਥੋਂ ਦੂਰ ਹੀ ਪਿੱਛੇ ਨੂੰ ਮੁੜ ਗਿਆ ਹੈ। ਗਮਨਿਓ ਨਗਰ ਹੋਤ ਰਤ ਭਾਰੀ। ਬੜੀ ਪ੍ਰੀਤੀ ਸਹਿਤ ਹੋਇਆ ਰਾਏ ਬੁਲਾਰ ਤੇ ਨਗਰ ਵੱਲ ਨੂੰ ਚਲਿਆ ਗਿਆ। ਸ਼ੁਭ ਵਿਦ ਕਰਤ ਸੰਕਲਪ ਵਿਕਲਪਾ। ਆਪਣੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਚੰਗੇ ਜਿਹੜੇ ਸੰਕਲਪ ਵਿਕਲਪ ਕਰ ਰਿਹਾ ਫੁਰਨੇ ਕਰ ਰਿਹਾ ਹੈ। ਦਿਨ ਬ੍ਰਤ ਜਿਹੇ ਕੋ ਹੋਏ ਭ੍ਰਮ ਅਲਪਾ। ਜਿਸ ਰਾਏ ਬਲਦਾਲ ਦਾ ਰੋਜ਼ ਦੀ ਰੋਜ਼ ਜਿਹੜਾ ਪੰਜ ਤਰ੍ਹਾਂ ਦਾ ਪਰਮ ਕਹਿੰਦੇ ਘਟਦਾ ਜਾ ਰਿਹਾ ਖਤਮ ਹੁੰਦਾ ਜਾ ਰਿਹਾ ਹੈ। ਸਦਨ ਜਾਏ ਬੈਸਿਓ ਹਰ ਖਾਈ। ਘਰ ਦੇ ਵਿੱਚ ਬਹੁਤ ਖੁਸ਼ ਹੋ ਕੇ ਜਾ ਬੈਠਾ ਹੈ। ਕਾਲੂ ਗਾਤਬ ਸਹਿਜ ਸੁਭਾਈ। ਉਸ ਵੇਲੇ ਜਿਹੜੇ ਕਾਲੂ ਜੀ ਔਰ ਰਾਏ ਬੁਲਾਰ ਦੇ ਕੋਲ ਸੁਤੇ ਸਿੱਧੀ ਚਲੇ ਗਏ। ਸਾਦਰ ਤੇ ਸ਼ੁਭ ਠੌਰ ਬਿਠਾਏ। ਰਾਏ ਬੁਲਾਰ ਨੇ ਕਾਲੂ ਜੀ ਨੂੰ ਸਤਿਕਾਰ ਦੇ ਬਚਨ ਕਹਿ ਕੇ ਚੰਗੇ ਥਾਂ ਬਿਠਾਇਆ ਹੈ। ਬਹੁਰ ਪ੍ਰੇਮ ਸੋ ਵਚਨ ਸੁਨਾਏ। ਉਸ ਤੋਂ ਬਾਅਦ ਫਿਰ ਪ੍ਰੇਮ ਦੇ ਵਿੱਚ ਆ ਕੇ ਬਚਨ ਸੁਣਾਏ ਹਨ। ਪੂਰ ਭਾਗ ਕੋ ਭਾਂਜਨ ਕਾਲੂ। ਇਹ ਵੀ ਕਾਲੂ ਤੂੰ ਤਾਂ ਬਹੁਤ ਤਕੜੇ ਤਕੜੇ ਵੱਡੇ ਭਾਗਾਂ ਵਾਲਾ ਭਾਂਡਾ ਹੈ। ਭਾਗ ਤੇਰਾ ਭਾਗਾਂ ਵਾਲਾ ਸਰੀਰ ਹੈ। ਅਸ ਸੁਤ ਜਨਮੇ ਭਇਓ ਨਿਹਾਲੂ। ਇਹੋ ਜਿਹਾ ਤੇਰੇ ਘਰ ਦੇ ਵਿੱਚ ਪੁੱਤਰ ਪੈਗਾ ਤੂੰ ਤਾਂ ਨਿਹਾਲੋ ਨਿਹਾਲ ਹੋ ਗਿਆ ਹੈ। ਤਦਪ ਸੁਭਾਵ ਤੁਮਾਰ ਕਠੋਰਾ। ਕਾਲੂ ਤੇ
ਤੇਰਾ ਜਿਹੜਾ ਸੁਭਾਅ ਹੈ ਮੈਂ ਦੇਖਦਾ ਬਹੁਤ ਕਰੜਾ ਸਖਤ ਜਈ ਹੈ। ਕੌਰਾ ਕਬ ਨ ਬੋਲੀਏ ਥੋਰਾ। ਮੈਂ ਤੈਨੂੰ ਕਹਿਣਾ ਵੀ ਗੁਰੂ ਨਾਨਕ ਸਾਹਿਬ ਨੂੰ ਕਦੇ ਵੀ ਤੂੰ ਥੋੜਾ ਮਾਤਰ ਵੀ ਕੌੜਾ ਲਫ਼ਜ਼ ਨਹੀਂ ਬੋਲਣਾ ਹੈ। ਤਿਹ ਸਦਕਾ ਕਰ ਇਹ ਮਮ ਨਗਰੀ। ਉਹ ਗੁਰੂ ਨਾਨਕ ਦੇ ਕਹਿੰਦੇ ਸਦਕੇ ਮੇਰੀ ਜਿਹੜੀ ਰਾਏ ਭੋਏ ਦੀ ਨਗਰੀ ਹੈ ਪਾਵਨ ਹੋਤ ਵਸਤ ਸੁਖ ਸਗਰੀ। ਕਹਿੰਦੇ ਸੁਖ ਨਾਲ ਵਸ ਰਹੀ ਹੈ, ਇਹਨਾਂ ਦੇ ਫਿਰ ਨਾਲ ਸਾਰੀ ਨਗਰੀ ਪਵਿੱਤਰ ਹੋ ਰਹੀ ਹੈ। ਭੂਲ ਨ ਕੀਜੈ ਕਭੈ ਅਨਾਦਰ। ਇਸ ਕਰਕੇ ਕਾਲੂ ਮੈਂ ਤੈਨੂੰ ਬਾਰ-ਬਾਰ ਕਿਹਾ ਤੂੰ ਭੁੱਲ ਕੇ ਵੀ ਇਹਨਾਂ ਨੂੰ ਨਰਾਦਰ ਨਹੀਂ ਕਰਨਾ ਹੈ। ਅਸਨ ਬਸਨ ਦੀਜੈ ਸੁਖ ਸਾਦਰ। ਹਾਂ, ਸੁਖ ਦੇ ਨਾਲ ਤੇ ਸਤਿਕਾਰ ਨਾਲ ਇਹਨਾਂ ਨੂੰ ਖਾਣ ਨੂੰ ਭੋਜਨ ਦੇਣਾ ਹੈ ਤੇ ਇਸੇ ਤਰ੍ਹਾਂ ਸਤਿਕਾਰ ਨਾਲ ਹੀ ਤੇ ਇਹਨਾਂ ਨੂੰ ਪਹਿਨਣ ਲਈ ਵਸਤਰ ਦੇ ਹੀ ਜਾਣਾ। ਜਾਮਾ ਮੋਹਿ ਤੁਰਕ ਕੋ ਆਹੀ। ਹੋਏ ਕਾਲੂ ਮੇਰਾ ਜਿਹੜਾ ਹੁਣ ਜਨਮ ਹੈ ਮੁਸਲਮਾਨਾਂ ਦੇ ਘਰ ਦੇ ਵਿੱਚ ਪੈਦਾ ਹੋਇਆ। ਭੋਜਨ ਬਨੈ ਨ ਮਮ ਘਰ ਮਾਹੀ। ਇਸ ਕਰਕੇ ਹੁਣ ਮੇਰੇ ਘਰ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਆ ਕੇ ਘਰ ਦੇ ਵਿੱਚ ਭੋਜਨ ਛਕਣਾ ਬਣਦਾ ਨਹੀਂ ਹੈ। ਲੋਕ ਰੌਲਾ ਪਾਉਣਗੇ। ਨਤ ਰਾਖੋ ਸਾਦਰ ਨਿਜ ਸਦਮਾ। ਨਹੀਂ ਤਾਂ ਮੈਂ ਬੜੇ ਅਦਬ ਸਤਿਕਾਰ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਘਰ ਵਿੱਚ ਹੀ ਰੱਖ ਲੈਂਦਾ। ਸੁਫਲ ਜਨਮ ਸੇਵੇ ਪਦ ਪਦਮਾ। ਇਹਨਾਂ ਦੇ ਚਰਨਾਂ ਕਮਲਾਂ ਨੂੰ ਸੇਵ ਕੇ ਮੇਰਾ ਮਨੁੱਖ ਜਨਮ ਧਾਰਿਆ ਸਫਲ ਹੁੰਦਾ। ਪੋਸ਼ਿਸ਼ ਸੁੰਦਰ ਦਿਓ ਬਨਵਾਈ। ਚੰਗਾ ਵੇ ਕਾਲੂ ਇਹਨਾਂ ਦੇ ਪਹਿਨਣ ਵਾਸਤੇ ਮੈਂ ਸੋਹਣੀ ਪੁਸ਼ਾਕ ਤਿਆਰ ਕਰਕੇ ਦੇਵਾਂਗਾ। ਲੈ ਜਾਵਹੁ ਕਾਲੂ ਪਹਿਰਾਈ। ਵੇ ਕਾਲੂ ਲੈ ਜਾਈ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਨਾ ਦੇ ਵੀ। ਜੋ ਆਵਹਿ ਤਿਨ ਕਾਜ ਪਦਾਰਥ। ਜਿਹੜਾ ਵੀ ਮੇਰੇ ਘਰ ਦਾ ਪਦਾਰਥ ਇਹਨਾਂ ਦੇ ਕੰਮ ਆ ਜਾਵੇ। ਸੋ ਮੈਂ ਗਨਹੁ ਭਇਓ ਸਕਾਰਥ। ਕਾਲੂ ਮੈਂ ਉਹਨੂੰ ਗਿਣਦਾ ਹਾਂ ਵੀ ਉਹ ਮੇਰਾ ਪਦਾਰਥ ਸਫਲ ਹੋ ਗਿਆ, ਲੇਖੇ ਲੱਗ ਗਿਆ ਹੈ। ਸੁਨ ਬੁਲਾਰ ਕੀ ਅਸਬਿਦ ਬਾਨੀ। ਕਾਲੂ ਜੀ ਨੇ ਰਾਏ ਬੁਲਾਰ ਦੀ ਇਸ ਤਰ੍ਹਾਂ ਦੀ ਗੱਲਬਾਤ ਸ਼ਰਧਾ ਵਾਲੀ ਸੁਣ ਕੇ ਸ਼ਰਧਾ ਪ੍ਰੇਮ ਵਿਖੇ ਲਪਟਾਨੀ। ਸ਼ਰਧਾ ਤੇ ਪ੍ਰੇਮ ਦੇ ਵਿੱਚ ਜਿਸ ਦੀ ਬਚਨ ਬਾਣੀ ਹੈ ਲੀਨ ਹੋਈ ਹੋਈ। ਬੋਲਿਓ ਹਾਥ ਜੋਰ ਤਬ ਕਾਲੂ। ਉਸ ਵੇਲੇ ਰਾਏ ਬੁਲਾਰ ਦੇ ਅੱਗੇ ਹੱਥ ਜੇ ਗੋੜ ਕੇ ਕਾਲੂ ਬੋਲਿਆ। ਜਾ ਕੋ ਮਾਇਆ ਮੋਹ ਵਿਸਾਲੂ। ਭਾਈ ਬਾਲਾ ਜੀ ਕਹਿੰਦੇ ਜਿਸ ਕਾਲੂ ਨੂੰ ਮਾਇਆ ਦਾ ਮੋਹ ਜ਼ਿਆਦਾ ਹੀ ਜ਼ਿਆਦਾ ਹੈ। ਤੁਝ ਕਰਨਾ ਕਰ ਮੁਝ ਘਰ ਸਰਬਾ। ਵਾਹਿ ਬੁਲਾਰ ਜੀ ਤੁਹਾਡੀ ਕਿਰਪਾ ਕਰਕੇ ਮੇਰੇ ਘਰ ਦੇ ਵਿੱਚ ਬਹੁਤ ਕੁਛ ਹੈ। ਆਹ ਪਦਾਰਥ ਦੀਏ ਬਹੁ ਦਰਬਾ। ਬਹੁਤਾ ਧਨ ਵੀ ਹੋਰ ਪਦਾਰਥ ਤੁਹਾਡੇ ਹੀ ਦਿੱਤੇ ਹੋਏ। ਕਿਸੂ ਵਸਤ ਕੀ ਕਮੀ ਨ ਮੇਰੇ। ਘਰ ਦੇ ਵਿੱਚ ਮੇਰੇ ਕਹਿੰਦੇ ਕਿਸੇ ਵਸਤੂ ਦੀ ਕੋਈ ਘਾਟ ਨਹੀਂ ਹੈ। ਅਦਕ ਧਾਮ ਧਨ ਮਾਲ ਕਨੇਰੇ। ਮੇਰੇ ਘਰ ਦੇ ਵਿੱਚ ਧਨ ਵੀ ਬਹੁਤ ਹੈ, ਹੋਰ ਮਾਲ ਡੰਗਰ ਵੀ ਬਹੁਤ ਹੈ। ਤਦ ਭਵਦਤ ਮੁਝ ਨਿਤ ਚਿਤ ਚਿੰਤਾ। ਤਾਂ ਵੀ ਰਾਏ ਬੁਲਾਰ ਜੀ ਮੈਨੂੰ ਕਹਿੰਦੇ ਸਭ ਕੁਝ ਹੁੰਦਿਆਂ ਇਹਨਾਂ ਨੂੰ ਦੇਖ ਕੇ ਬੜੀ ਚਿੰਤਾ ਵੱਧਦੀ ਹੈ। ਨਿਸ ਦਿਨ ਬੀਤਹਿ ਗਟੀ ਗੁਨੰਤਾ। ਕੀ ਰਾਏ ਬੁਲਾਰ ਦੱਸਾਂ ਦਿਨ ਰਾਤ ਕਹਿੰਦੇ ਗਿੱਟੀ ਗਿਣਦੀਆਂ ਤਰ੍ਹਾਂ ਗਿਣਤੀਆਂ ਬੀਤਦਾ ਲੰਘਦਾ। ਤੁਮ ਨਾਨਕ ਕੀ ਕਰਤ ਵਡਾਈ। ਤੁਸੀਂ ਮੇਰੇ ਪੁੱਤਰ ਗੁਰੂ ਨਾਨਕ ਦੀ ਜਦੋਂ ਮੈਂ ਆਉਣਾ ਬੜੀ ਵਡਿਆਈ ਕਰਦੇ ਹਾਂ। ਮੈਂ ਨਾ ਲਖੀ ਤਿਹ ਮਤ ਕਿਹ ਥਾਈ। ਮੈਂ ਤਾਂ ਇਹਨਾਂ ਦੀ ਅਕਲ ਵਧ ਕਿਸੇ ਥਾਂ ਵੀ ਚੰਗੀ ਨਹੀਂ ਜਾਣੀ ਹੈ। ਜੇ ਕ੍ਰਿਤ ਕੇ ਤਤ ਪਰ ਥਿਰ ਕੀਨਾ। ਰਾਏ ਬੁਲਾਰ ਜੀ ਜਿਸ ਕੰਮ ਦੇ ਕਰਨ ਉੱਪਰ ਮੈਂ ਇਹਨੂੰ ਕਹਿੰਦੇ ਹੁਸ਼ਿਆਰ ਕਰਕੇ ਤੱਕ ਖੜਾ ਕੀਤਾ। ਕੋ ਨਾ ਸਵਾਰੀ ਕੀਨੀ ਹੀਨਾ। ਉਹ ਕੋਈ ਕੰਮ ਨਹੀਂ ਸਵਾਰਿਆ ਹੈ, ਕਹਿੰਦੇ ਉਹਨੂੰ ਬਿਲਕੁਲ ਹੀ ਇਹਨੇ ਕਹਿੰਦੇ ਬਿਲਕੁਲ ਨਾਸ਼ ਕਰਕੇ ਰੱਖ ਦਿੱਤਾ ਹੈ। ਪੂਰਬ ਬਹੁ ਘਰ ਵਸਤ ਗਵਾਈ। ਮੇਰੀਆਂ ਜਿਹੜੀਆਂ ਕਰਦੀਆਂ ਪਹਿਲੀਆਂ ਵਸਤੂਆਂ ਇਕੱਠੀਆਂ ਸੀ ਛੋਟੀ ਉਮਰ ਇਹਨੇ ਵਿੱਚ ਬੜੀਆਂ ਗਵਾ ਦਿੱਤੀਆਂ। ਆਬ ਕਿਦਾਰ ਪਸ ਦੀਨ ਚਰਾਈ। ਹੁਣ ਸਵਾ ਮੀਨ ਮੈਂ ਬੀਜ ਘਰੋਂ ਦਿੱਤਾ ਸੀ, ਨਾਲ ਕਾਮਾ ਤੋਰਿਆ ਸੀ, ਕਹਿੰਦੇ ਉਹ ਬੀਜ ਤਾਂ ਹਰਾ ਹੋ ਗਿਆ, ਪਸ਼ੂਆਂ ਨੂੰ ਚਰਾਤਾ ਉਜਾੜ ਦਿੱਤਾ ਇਹਨਾਂ। ਜਨਮੇ ਤੇ ਜਬ ਸੁਰਤ ਸੰਭਾਰੀ। ਜਦੋਂ ਤੋਂ ਕਹਿੰਦੇ ਪੈਦਾ ਹੋਏ ਸੀ
ਇਹਨਾਂ ਨੇ ਹੋਸ਼ ਸੰਭਾਲੀ ਸੀ। ਧਨਕ ਨ ਧਨ ਕੀ ਕ੍ਰਿਤ ਸਵਾਰੀ। ਰਾਏ ਬਲਾਰ ਜੀ ਕੀ ਦੱਸਾਂ, ਕਹਿੰਦੇ ਜਿਹੜਾ ਧਨ ਕਮਾਉਣ ਵਾਲੀ ਜਿਹੜੀ ਕਿਰਤਾ ਬਣਾ ਸਵਾਰ ਕੇ ਇਹਨਾਂ ਨੇ ਮਾੜੀ ਮੋਟੀ ਨਹੀਂ ਕਿਤੇ ਕੀਤੀ। ਮਨ ਉਨ ਮਤ ਨ ਕਰਤ ਸਨੇਹੂ। ਮਨ ਕਰਕੇ ਮਸਤ ਜੇ ਰਹਿੰਦੇ, ਕਿਸੇ ਨਾਲ ਮੋਹ ਪਿਆਰੀ ਨਹੀਂ ਇਹ ਕਰਦੇ। ਵਹਿਰ ਨਗਰ ਬੈਸਹਿ ਤਜ ਗੇਹੂ। ਆ ਘਰ ਬਾਰ ਛੱਡ ਕੇ ਸੋਹਣਾ ਤੇ ਨਗਰ ਛੱਡ ਕੇ ਬਾਹਰ ਕਿਤੇ ਜਾ ਬਹਿੰਦੇ ਕੱਲੇ ਹੀ। ਕਹਿ ਬੁਲਾਰ ਤੁਵ ਮਤ ਅਨਜਾਨੀ। ਰਾਏ ਬੁਲਾਰ ਕਹਿਣ ਲੱਗਾ, ਕਾਲੂ ਤੇਰੀ ਜਿਹੜੀ ਬੁੱਧੀ ਹੈ ਬੋਲ ਬੇਸਮਝਾਂ ਵਾਲੀ ਹੈ। ਤਿਹ ਕੀ ਰੀਤ ਨ ਸਕਤ ਪਛਾਨੀ। ਜੋ ਗੁਰੂ ਨਾਨਕ ਸਾਹਿਬ ਦੀ ਰੀਤੀ ਹੈ ਮਰਜ਼ਾਦਾ, ਤੇਰੀ ਅਕਲ ਮਤ ਨਹੀਂ ਉਹਨੂੰ ਜਾਣ ਪਛਾਣ ਸਕਦੀ ਹੈ। ਧਨ ਤ੍ਰਿਸ਼ਨਾ ਮਹਿ ਮਤ ਲਪਟਾਨੀ। ਤੇਰੀ ਜਿਹੜੀ ਬੁੱਝੀ ਆ ਵੀ ਧਨ ਦੀ ਤ੍ਰਿਸ਼ਨਾ ਵਿੱਚ ਲੈ ਖਚਤ ਪਚਤ ਹੋਈ ਪਈ ਹੈ। ਗੁਣ ਨ ਗੂੜ ਕਿਉ ਸਕੇ ਪਛਾਨੀ। ਜਿਹੜੇ ਪੁੱਤਰ ਵਿੱਚ ਗੁੱਝੇ ਗੁਣ ਮੈਂ, ਤੇਰੀ ਅਕਲ ਮਤ ਉਹਨੂੰ ਭਲਾ ਕਿਵੇਂ ਪਛਾਣ ਸਕੇ। ਕਹਿਨ ਸੁਨਨ ਕਰ ਅਸਵਿਦ ਕਾਲੂ। ਕਾਲੂ ਜੀ ਦੇ ਨਾਲ ਇਸ ਤਰ੍ਹਾਂ ਕਹਿਣਾ ਸੁਣਨਾ ਕਰਕੇ ਚੱਲ ਆਲਿਆ ਆਇਓ ਤਤ ਕਾਲੂ। ਇਸ ਤਰ੍ਹਾਂ ਕਹਿੰਦੇ ਚੱਲਦਾ ਹੋਇਆ ਕਾਲੂ ਬੜੀ ਛੇਤੀ ਆਪਣੇ ਘਰ ਵੱਲ ਨੂੰ ਵਾਪਸ ਆ ਗਿਆ। ਕਰਨ ਲੱਗਿਓ ਕਾਰਜ ਨਿਜ ਜੋ। ਜਿਵੇਂ ਆਪਣਾ ਘਰ ਦਾ ਪਟਵਾਰ ਖਾਨੇ ਦਾ ਕੰਮ ਉਹ ਕਰਨ ਲੱਗ ਪਿਆ ਕਾਲੂ ਜੀ। ਸੁਤ ਗੁਣ ਪਰਖਤ ਪਰਖਨ ਕਰਤ ਨ ਕੋ। ਹਾਂ, ਗੁਰੂ ਨਾਨਕ ਸਾਹਿਬ ਸਪੁੱਤਰ ਦੇ ਕਿਸੇ ਗੁਣਾ ਦੀ ਕੋਈ ਇਹ ਪਰਖ ਨਹੀਂ ਕਰਦਾ ਹੈ। ਦੋਹਰਾ ਸ੍ਰੀ ਸਤਿਗੁਰ ਕਰਤਾ ਪੁਰਖ। ਹਾਂ, ਭਾਈ ਬਾਲਾ ਜੀ ਤਥਾ ਕਵੀ ਜੀ ਕਹਿੰਦੇ ਸੁਭਾਏ ਮਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਕਰਤਾ ਹਨ ਸਾਰੀ ਸ੍ਰਿਸ਼ਟੀ ਦੇ। ਅਸਬਿਦ ਕਰਤ ਬਿਲਾਸ। ਇਸ ਤਰ੍ਹਾਂ ਕਹਿੰਦੇ ਉਹ ਮਸਤ ਦੇ ਸੁਭਾਅ ਵਾਲੇ ਜੇ ਹੋ ਕੇ ਤਰ੍ਹਾਂ ਤਰ੍ਹਾਂ ਦੇ ਚੋਜ ਕਰਦੇ। ਭਜ ਸੰਤੋਖ ਸਿੰਘ ਨਾਮ ਤਿਹ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਗੁਰਸੁਖ ਹੋ ਸਰੋਤਿਓ ਐਸੇ ਗੁਰੂ ਨਾਨਕ ਸਾਹਿਬ ਦਾ ਨਾਮ ਭਜੀਏ ਜਪੀਏ। ਤਜ ਹੋ ਆਨ ਕੀ ਆਸ। ਹੋਰ ਦੇਵੀ ਦੇਵਤਿਆਂ ਦੀ ਹੋਰ ਪੀਰਾਂ ਫਕੀਰਾਂ ਦੀ ਕਹਿੰਦੇ ਆਸਾ ਛੱਡ ਕੇ ਗੁਰੂ ਨਾਨਕ ਦਾ ਬਖਸ਼ਿਆ ਹੈ ਜਿਹੜਾ ਨਾਮ ਉਹਨੂੰ ਜਪੀਏ। ਫਿਰ ਸਾਡੇ ਕਥਾ ਸੁਣਨ ਵਾਲਿਆਂ ਦਾ ਸਾਰਿਆਂ ਦਾ ਉਧਾਰ ਹੋ ਜਾਏਗਾ। ਇਹ ਕਵੀ ਸੰਤੋਖ ਸਿੰਘ ਆਪਣੇ ਵੱਲੋਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ ਤੇ ਗੁਰਸਿੱਖਾਂ ਨੂੰ ਸੁਣਾਇਆ ਸੀ, ਉਸ ਵੇਲੇ ਕੈਂਥਲ ਵਿੱਚ ਆਪਣੇ ਵੱਲੋਂ ਉਹਨਾਂ ਨੇ ਸ਼ਰਧਾ ਭਰੇ ਬਚਨ ਕਹੇ ਹਨ। ਇਸ ਤਰ੍ਹਾਂ ਇਹ ਜਿਹੜਾ ਮਹਾਨ ਪਵਿੱਤਰ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਦਾ ਪੂਰਾ ਹੋ ਗਿਆ ਹੈ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆਏਗਾ ਉਹ ਅਗਲੇ ਦੀਵਾਨਾਂ ਵਿੱਚ ਸਰਵਣ ਕਰਕੇ ਲਹਾ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ। ਸ੍ਰੀ ਸਤਿਗੁਰ ਕਰਤਾ ਪੁਰਖ ਅਸਬਿਦ ਕਰਤ ਬਿਲਾਸ। ਭਜ ਸੰਤੋਖ ਸਿੰਘ ਨਾਮ ਤਿਹ। ਤਜ ਹੋ ਆਨ ਕੀ ਆਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।